सत श्री अकाल दोस्तों, मैं जसी धालीवाल। कुछ टैक्नीकल प्रॉब्लमां दी वजह दे कारण सानू पहला 2 वार अपना लाइव कट्टना पिया। उस दे लई मैं माफ़ी चाहुंदी हां ते इह साडी तीसरी ट्राई है ते मैनू पूरी आस है कि इस वार असीं बिल्कुल साडा प्रोग्राम सही होवेगा। ते अपना अज दा कहानी पाठ दा प्रोग्राम औरत लेखकां नू समर्पित है। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਜੁੜੇ ਹਨ ਰਜਨੀ ਵਾਲੀਆ ਜੀ ਅਤੇ ਆਪਣੇ ਅੱਜ ਦੇ ਮੁੱਖ ਮਹਿਮਾਨ ਹਨ ਸੀਮਾ ਭਾਟੀਆ ਜੀ। ਪ੍ਰੋਗਰਾਮ 'ਚ ਅੱਗੇ ਵਧਣ ਤੋਂ ਪਹਿਲਾਂ ਮੈਂ ਕਰੋਨਾ ਨਾਲ ਸੰਬੰਧਿਤ 1-2 ਹਦਾਇਤਾਂ ਬੇਨਤੀਆਂ ਕਰਨੀਆਂ ਚਾਹੁੰਦੀ ਹਾਂ। ਲਾਕਡਾਊਨ ਦੇ ਚੱਲਦਿਆਂ ਘਰਾਂ 'ਚ ਧੜਕੇ ਰਹਿਣਾ ਬਹੁਤ ਹੀ ਮੁਸ਼ਕਿਲ ਹੈ। ਯਾਦ ਰੱਖੋ ਕਿ ਇਹ ਅਸੀਂ ਆਪਣੇ ਬਚਾਅ ਲਈ ਹੀ ਕਰ ਰਹੇ ਹਾਂ। ਕਿਸੇ ਦੇ ਉੱਪਰ ਅੱਖਾਂ ਬੰਦ ਕਰ ਭਰੋਸਾ ਨਾ ਕਰੋ। WHO ਦੀ ਵੈਬਸਾਈਟ ਤੇ ਜਾ ਕੇ ਕਰੋਨਾ ਨਾਲ ਸੰਬੰਧਿਤ ਸਹੀ ਜਾਣਕਾਰੀ ਤੁਸੀਂ ਪ੍ਰਾਪਤ ਕਰ ਸਕਦੇ ਹੋ। ਕਿਰਪਾ ਕਰਕੇ ਨਿੱਤ ਦੇ ਸ਼ਰਾਬੀ ਬਣਨ ਤੋਂ ਪਰਹੇਜ਼ ਕਰੋ। ਇਹ ਪਰਿਵਾਰ ਦੇ ਉੱਪਰ ਬਹੁਤ ਹੀ ਮਾੜਾ ਅਸਰ ਪਾਉਂਦਾ ਹੈ। ਹੁਣ ਮੈਂ ਪ੍ਰੋਗਰਾਮ 'ਚ ਅੱਗੇ ਵਧਦੇ ਹੋਏ ਭੈਣ ਰਜਨੀ ਵਾਲੀਆ ਜੀ ਨੂੰ ਬੇਨਤੀ ਕਰਦੀ ਹਾਂ ਕਿ ਉਹ ਸੀਮਾ ਭਾਟੀਆ ਜੀ ਦੀ ਇੰਟਰੋਡਕਸ਼ਨ ਆਪਾਂ ਨੂੰ ਦੇਣ। ਹਾਂਜੀ, ਸਾਰੇ ਕਹਾਣੀ ਪਾਠ ਦੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਦੇ ਕਹਾਣੀ ਪਾਠ ਦੇ ਪ੍ਰੋਗਰਾਮ ਵਿੱਚ ਸਾਡੇ ਮੁੱਖ ਮਹਿਮਾਨ ਹਨ ਡਾਕਟਰ ਸੀਮਾ ਭਾਟੀਆ ਜੀ। ਉਹਨਾਂ ਨੂੰ ਸੱਦਾ ਦੇਣ ਤੋਂ ਪਹਿਲਾਂ ਮੈਂ ਉਹਨਾਂ ਬਾਰੇ ਥੋੜੀ ਜਾਣਕਾਰੀ ਦੱਸਣਾ ਚਾਹੁੰਦੀ ਹਾਂ। ਡਾਕਟਰ ਸੀਮਾ ਭਾਟੀਆ ਅਸਿਸਟੈਂਟ ਪ੍ਰੋਫੈਸਰ ਹਿੰਦੀ SD ਕਾਲਜ ਮੋਗਾ 2009 ਦਾ ਸੈਸ਼ਨ ਤੋਂ SD ਕਾਲਜ ਵਿੱਚ ਬਤੌਰ ਰੈਗੂਲਰ ਪੋਸਟ ਤੇ ਇਸ ਤੋਂ ਪਹਿਲਾਂ 6 ਸਾਲ ਪ੍ਰਾਈਵੇਟ ਐਡਹੌਕ ਤੇ ਵਿਦਿਅਕ ਅਦਾਰਿਆਂ ਵਿੱਚ ਅਧਿਆਪਨ ਦਾ ਕੰਮ ਕਰ ਚੁੱਕੇ ਹਨ। ਉਹਨਾਂ ਦੀ ਯੋਗਤਾ PhD ਹਿੰਦੀ, MPhil ਸੰਸਕ੍ਰਿਤ, MA ਹਿੰਦੀ, MA ਸੰਸਕ੍ਰਿਤ, BA ਵਿਦ ਆਨਰਸ ਇਨ ਸੰਸਕ੍ਰਿਤ ਹੈ। ਵਿਦਿਅਕ ਸੈਮੀਨਾਰਾਂ ਵਿੱਚ ਅਲੱਗ-ਅਲੱਗ ਸਮਾਜਿਕ ਸਰੋਕਾਰਾਂ ਤੇ ਵਿਸ਼ੇਸ਼ ਤੌਰ ਤੇ ਬੱਚਿਆਂ ਨੂੰ ਨੈਤਿਕ ਕਦਰਾਂ ਕੀਮਤਾਂ ਤੇ ਆਪਸੀ ਰਿਸ਼ਤਿਆਂ ਤੇ ਰਿਸਰਚ ਪੇਪਰ ਪੜ੍ਹ ਚੁੱਕੇ ਹਨ ਜੋ ਕਿ ਵਿਭਿੰਨ ਨਾਮੀ ਜਰਨਲ ਵਿੱਚ ਛਪ ਚੁੱਕੇ ਹਨ। ਭਾਸ਼ਾ ਵਿਭਾਗ ਦੇ ਮੈਂਬਰ ਵੀ ਨੇ। ਸਾਹਿਤ ਸਭਾ ਜਗਰਾਉਂ ਤੇ SS ਪਰਿਵਾਰ ਦੂਰਦਰਸ਼ਨ ਦੇ ਉਪ ਪ੍ਰਧਾਨ ਤੋਂ ਸਮੇਂ-ਸਮੇਂ ਤੇ ਸਨਮਾਨਿਤ ਚਿੰਨ੍ਹ ਉਹਨਾਂ ਨੂੰ ਮਿਲ ਚੁੱਕੇ ਹਨ। ਅਨਮੋਲ ਪੰਜਾਬ ਰੇਡੀਓ ਨਾਲ ਜੁੜੇ ਹੋਏ ਹਨ ਤੇ ਵੱਖ-ਵੱਖ ਲਾਈਵ ਪ੍ਰੋਗਰਾਮਾਂ ਵਿੱਚ ਸਮੇਂ-ਸਮੇਂ ਤੇ ਆਪਣੀ ਸ਼ਮੂਲੀਅਤ ਕਰਦੇ ਹਨ। ਅਦਬ ਯਾਤਰਾ ਦਾ ਸਾਹਿਤਿਕ ਮੰਚ ਜਿਸ ਵਿੱਚ ਨਾਮਵਰ ਪੰਜਾਬੀ ਲੇਖਕਾਂ ਨਾਲ ਜੁੜੇ ਹੋਏ ਹਨ। ਰੇਡੀਓ ਸਾਂਝ ਪਰਿਵਾਰ ਦੇ ਗਰੁੱਪ ਦੇ ਮਾਣ-ਮੱਤੇ ਸਾਹਿਤਕਾਰਾਂ ਦੇ ਨਾਲ ਜੁੜ ਚੁੱਕੇ ਹਨ। ਹਰਿਆਣਾ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਅਤੇ ਪੰਜਾਬੀ ਲੇਖਕ ਕਲਾਕਾਰ ਸੁਸਾਇਟੀ ਲੁਧਿਆਣਾ ਵੱਲੋਂ ਉਹਨਾਂ ਨੂੰ ਸਮੇਂ-ਸਮੇਂ ਤੇ ਸਨਮਾਨਿਤ ਕੀਤਾ ਜਾ ਚੁੱਕਾ ਹੈ। ਇਸ ਦੇ ਨਾਲ ਹੀ ਲੋੜਵੰਦ ਵਿਦਿਆਰਥੀਆਂ ਨੂੰ ਸਮੇਂ-ਸਮੇਂ ਤੇ ਮਾਈਕ ਤੇ ਮੋਰਲ ਸਪੋਰਟ ਦਿੰਦੇ ਰਹਿਣਾ ਤੇ ਹੋਰ ਬਣਦੀ ਰਾਸ਼ੀ ਦੇ ਨਾਲ ਇਲਾਜ, ਦਵਾਈਆਂ ਜਾਂ ਰੈੱਡ ਕਰਾਸ ਵੱਲੋਂ ਆਪਰੇਸ਼ਨ ਅਜਿਹੇ ਮੌਕੇ ਤੇ ਮਾਲੀ ਸਹਾਇਤਾ ਲਈ ਹਮੇਸ਼ਾ ਅੱਗੇ ਆਉਂਦੇ ਰਹਿੰਦੇ ਹਨ। ਲੋਕ ਸਾਹਿਤ ਅਕੈਡਮੀ ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਤੇ ਉਹਨਾਂ ਨੂੰ ਸਨਮਾਨਿਤ ਕੀਤਾ ਜਾ ਚੁੱਕਾ ਹੈ। ਪ੍ਰਸਿੱਧ ਨਾਮਵਰ ਮੋਗਾ ਦੇ ਹਾਸ ਵਿਅੰਗ ਕਲਾਕਾਰ ਨਾਵਲਕਾਰ KL ਗਰਗ ਦੇ ਨਾਵਲ ਤਮਾਸ਼ਾ ਦਾ ਹਿੰਦੀ ਅਨੁਵਾਦ ਕੀਤਾ ਹੈ ਤੇ ਹਿਲਦੇ ਦੰਦ ਨਾਵਲ ਦੀ ਸਮੀਖਿਆ ਉਹਨਾਂ ਦੁਆਰਾ ਪਬਲਿਸ਼ ਬੁੱਕ ਵਿੱਚ ਕੀਤੀ ਜਾ ਚੁੱਕੀ ਹੈ। ਉਹਨਾਂ ਨੂੰ ਸੱਦਾ ਦੇਣ ਤੋਂ ਪਹਿਲਾਂ ਮੈਂ ਇੱਕ ਛੋਟੀ ਜਿਹੀ ਕਹਾਣੀ ਦੇ ਨਾਲ ਉਹਨਾਂ ਦੀ ਜ਼ਿੰਦਗੀ ਨੂੰ ਜੋੜਾਂਗੀ। ਬਹੁਤ ਸਮਾਂ ਪਹਿਲਾਂ ਇੱਕ ਕਹਾਣੀ ਪੜ੍ਹੀ ਸੀ ਕਿ ਇੱਕ ਲੜਕਾ ਪੁੱਲ ਦੇ ਜੰਗਲੇ ਉੱਪਰ ਝੁਕਿਆ ਤੇ ਉੱਥੇ ਵਗ ਰਹੇ ਪਾਣੀ ਨੂੰ ਦੇਖ ਰਿਹਾ ਸੀ। ਹੇਠਾਂ ਵਗਦਾ ਪਾਣੀ, ਕਦੇ ਗੰਦਗੀ, ਕਦੇ ਲੱਕੜਾਂ, ਬੜਾ ਕੁਝ ਦਰਿਆ ਦੇ ਪਾਣੀ ਦੇ ਉੱਪਰੋਂ ਲੰਘਦਾ ਤੇ ਦਰਿਆ ਦਾ ਪਾਣੀ ਫਿਰ ਦੁਬਾਰਾ ਪੱਧਰਾ ਹੋ ਜਾਂਦਾ। ਸੈਂਕੜੇ ਸਾਲਾਂ ਤੋਂ ਉਹ ਪਾਣੀ ਉਸੇ ਤਰ੍ਹਾਂ ਵਗ ਰਿਹਾ ਸੀ। ਕਦੇ ਵਹਾਅ ਤੇਜ਼ ਹੋ ਜਾਂਦਾ, ਕਦੇ ਹੌਲੀ ਹੋ ਜਾਂਦਾ, ਕਦੇ ਗੰਦਗੀ ਆਉਂਦੀ ਤੇ ਕਦੇ ਗੰਦਗੀ ਨਿਕਲ ਕੇ ਪਾਣੀ ਸਾਫ਼ ਹੋ ਜਾਂਦਾ।
ਪਰ ਦਰਿਆ ਸ਼ਾਂਤ ਵਗਦਾ ਰਿਹਾ। ਉਸ ਲੜਕੇ ਨੇ ਬੜੀ ਗੰਭੀਰਤਾ ਨਾਲ ਇੱਕ ਖੋਜ ਕੀਤੀ ਤੇ ਇਸ ਵਿਚਾਰ ਨੂੰ ਅਪਣਾਇਆ ਤਾਂ ਉਸ ਨੂੰ ਅਹਿਸਾਸ ਹੋਇਆ ਕਿ ਜੀਵਨ ਦੀ ਹਰ ਚੀਜ਼ ਕਦੇ ਨਾ ਕਦੇ ਪੁਲ ਹੇਠੋਂ ਲੰਘੇਗੀ ਤੇ ਪਾਣੀ ਵਾਂਗ ਗੁਜ਼ਰ ਜਾਏਗੀ। ਲੜਕੇ ਨੇ ਇਹ ਸ਼ਬਦ ਯਾਦ ਕਰ ਲਏ ਤੇ ਉਸ ਤੋਂ ਬਾਅਦ ਉਹਦੀ ਜ਼ਿੰਦਗੀ ਵਿੱਚ ਕਿੰਨੇ ਹੀ ਹਨੇਰੇ ਰਸਤੇ ਆਏ ਤੇ ਗਏ, ਪਰ ਉਹ ਹਮੇਸ਼ਾ ਇਹੀ ਸੋਚਦਾ ਰਿਹਾ ਕਿ ਇਹ ਤਾਂ ਪੁਲ ਦੇ ਹੇਠਾਂ ਵਗਦੇ ਪਾਣੀ ਦੀ ਤਰ੍ਹਾਂ ਹੈ, ਜਿਨ੍ਹਾਂ ਨੇ ਹਰ ਹਾਲਤ ਵਿੱਚ ਗੁਜ਼ਰ ਜਾਣਾ ਹੈ। ਕਿੰਨਾ ਸੋਹਣਾ ਸਾਰ ਹੈ ਜ਼ਿੰਦਗੀ ਦਾ। ਬਹੁਤ ਮੁਸ਼ਕਲ ਹੈ, ਪਰ ਜਦੋਂ ਪੁਲ ਹੇਠਾਂ ਪਾਣੀ ਵਾਲੀ ਗੱਲ ਆਪਣੀ ਜ਼ਿੰਦਗੀ ਵਿੱਚ ਉਤਾਰ ਲਈ ਜਾਵੇ ਤਾਂ ਕਿੰਨੀਆਂ ਵੀ ਮੁਸੀਬਤਾਂ ਔਕੜਾਂ ਆਉਣ, ਸ਼ਾਂਤ ਚਿੱਤ ਰਹਿ ਕੇ ਉਹਨਾਂ ਨੂੰ ਅੱਗੇ ਵਧਦਿਆਂ ਦੇਖਿਆ ਜਾਵੇ, ਉਹਨਾਂ ਦੇ ਲੰਘਣ ਦਾ ਇੰਤਜ਼ਾਰ ਕੀਤਾ ਜਾਵੇ ਤੇ ਸ਼ਾਂਤ ਚਿੱਤ ਵਹਿਣ ਦਾ ਮੁੜ ਸੰਕਲਪ ਕੀਤਾ ਜਾਵੇ। ਬਸ ਜ਼ਿੰਦਗੀ ਸ਼ਾਂਤ ਤੇ ਸੰਤੁਲ ਹੋ ਜਾਵੇਗੀ, ਇਹ ਆਸ ਰੱਖੀ ਜਾਵੇ। ਇਸੇ ਆਸ, ਇਸੇ ਉਮੀਦ ਨੂੰ ਲੈ ਕੇ ਚੱਲ ਰਹੇ ਨੇ ਸੀਮਾ ਭਾਟੀਆ ਜੀ। ਹੁਣ ਮੈਂ ਸੱਦਾ ਦਿੰਦੀ ਹਾਂ ਉਹਨਾਂ ਨੂੰ ਕਿ ਉਹ ਆਉਣ ਤੇ ਆਪਣੇ ਰੌਚਕ ਗੱਲਾਂ ਦੇ ਨਾਲ ਆਪਣੀ ਕਹਾਣੀ ਦਰਸ਼ਕਾਂ ਨਾਲ ਸਾਂਝੀ ਕਰਨ। ਸੀਮਾ ਭਾਟੀਆ ਜੀ। ਬਹੁਤ ਬਹੁਤ ਸ਼ੁਕਰਾਨਾ ਰਜਨੀ ਜੀ, ਤੁਸੀਂ ਬਹੁਤ ਹੀ ਵੱਡੇ ਵੱਡੇ ਸ਼ਬਦਾਂ ਨਾਲ ਮੈਨੂੰ ਨਿਵਾਜ਼ਿਆ। ਮੈਂ ਤਾਂ ਬਸ ਇੱਕ ਇਨਸਾਨ ਬਣਨ ਦੀ ਕੋਸ਼ਿਸ਼ ਦੇ ਵਿੱਚ ਹਾਂ। ਤੁਸੀਂ ਖੁਦ ਬਹੁਤ ਹੀ ਜ਼ਿਆਦਾ ਜਿਹੜੇ ਹੈ ਜ਼ਮੀਰ ਭਰਪੂਰ, ਮਾਨਵਤਾ ਭਰਪੂਰ, ਕਦਰਾਂ ਕੀਮਤਾਂ ਦੇ ਨਾਲ, ਜਜ਼ਬੇ ਨਾਲ ਭਰੇ ਹੋਏ ਹੋ। ਔਰ ਤੁਹਾਡੇ ਵਰਗੇ ਜਿਹੜੇ ਨੌਜਵਾਨ ਨੇ ਉਹ ਸਾਡੇ ਰਾਹ ਦਸੇਰਾ ਨੇ, ਸਾਨੂੰ ਵੀ ਹਿੰਮਤ ਤੇ ਉਮੀਦ ਦਿੰਦੇ ਹੈ। ਜਿਹੜੇ ਬੁੱਝ ਮੁੱਕ ਚੁੱਕੀਆਂ ਆਸਾਂ ਦੇ ਨਾਲ ਅਸੀਂ ਜਿਹੜੇ ਬਜ਼ੁਰਗ ਖੜੇ ਆ, ਉਹ ਤੁਸੀਂ ਨਵੀਂ ਰੋਸ਼ਨੀ, ਨਵੀਂ ਉਮੀਦ, ਨਵੀਂ ਚਿਨਕ ਜਿਹੜੀ ਹੈ ਸਾਡੇ ਚ ਪੈਦਾ ਕੀਤੀ ਹੈ, ਸਾਡੇ ਚ ਹੌਸਲਾ ਦਿੰਦੇ ਹੋ ਤੁਸੀਂ। ਔਰ ਤੁਹਾਨੂੰ ਬਹੁਤ ਬਹੁਤ ਦੁਆਵਾਂ ਰਜਨੀ ਜੀ। ਔਰ ਇਸ ਤੋਂ ਪਹਿਲਾਂ ਮੈਂ ਮੰਚਾ ਸਿੰਘ, ਬਹੁਤ ਹੀ ਮਾਨਮੱਤੇ ਉੱਘੀ ਸ਼ਖਸੀਅਤ, ਪਿਆਰੀ ਜਿਹੀ ਕਹਾਣੀਕਾਰ ਆ, ਜੋ ਵੇਖਣ ਨੂੰ ਬਹੁਤ ਛੋਟੇ ਹੈ, ਨੌਜਵਾਨ ਨੇ ਤੇ ਛੋਟੀ ਉਮਰ ਦੇ ਲੱਗਦੇ ਨੇ, ਲੇਕਿਨ ਉਹਨਾਂ ਦੀਆਂ ਗੱਲਾਂ ਜਿਹੜੀਆਂ ਨੇ ਉਹ ਸਾਡੀ ਦਾਦੀ ਨਾਨੀ ਵਾਂਗੂ, ਬਜ਼ੁਰਗਾਂ ਵਾਂਗੂ ਬਹੁਤ ਹੀ ਗੂੜ ਗਿਆਨ ਸਿਆਣੀਆਂ ਭਰੀਆਂ ਨੇ। ਤੇ ਬਿਲਕੁਲ ਠੀਕ ਪਹਿਚਾਨਿਆ ਤੁਸੀਂ ਮੇਰਾ ਇਸ਼ਾਰਾ ਮੰਚਾ ਸਿੰਘ ਜੱਸੀ ਧਾਲੀਵਾਲ ਜੀ ਵੱਲ ਹੈ, ਜੋ ਵਿਦੇਸ਼ ਦੀ ਧਰਤੀ ਤੇ ਰਹਿੰਦਿਆਂ ਹੋਇਆਂ ਵੀ ਆਪਣੀ ਮਾਂ ਬੋਲੀ, ਆਪਣੀ ਦੇਸ਼ ਦੀਆਂ, ਆਪਣੀ ਮਿੱਟੀ ਨਾਲ ਜੁੜੇ ਹੋਏ ਨੇ। ਔਰ ਬੜੀ ਹੀ ਸ਼ਿੱਦਤ ਔਰ ਰੂਹ ਦੇ ਨਾਲ ਹੋਰ ਵੀ ਜਿਹੜੇ ਪੰਜਾਬੀ ਹੈ ਉਹਨਾਂ ਨੂੰ ਜੋੜਨ ਦੀ ਪੁਰਜ਼ੋਰ ਕੋਸ਼ਿਸ਼ ਕਰ ਰਹੇ ਨੇ। ਤੇ ਉਹਨਾਂ ਦੇ ਇਸ ਹੌਸਲੇ ਨੂੰ, ਇਸ ਜਜ਼ਬੇ ਨੂੰ ਮੈਂ ਦਿਲੋਂ ਸਿਜਦਾ ਕਰਦੀ ਹਾਂ। ਔਰ ਨਾਲ ਹੀ ਨਾਲ 13 ਮੈਗਜ਼ੀਨ ਦੀ ਸਮੁੱਚੀ ਟੀਮ ਔਰ ਵਿਸ਼ੇਸ਼ ਤੌਰ ਤੇ ਜੱਸੀ ਧਾਲੀਵਾਲ ਜੀ ਔਰ ਮੇਰੀ ਪਿਆਰੀ ਬਿਟਿਆ ਰਜਨੀ ਵਾਲੀਆ ਦਾ ਬਹੁਤ ਹੀ ਤਹੇ ਦਿਲ ਤੋਂ ਸ਼ੁਕਰੀਆ ਅਦਾ ਕਰਦੀ ਹਾਂ। ਔਰ ਢੇਰੋਂ ਉਹਨਾਂ ਨੂੰ ਮੁਹੱਬਤਾਂ, ਦੁਆਵਾਂ ਔਰ ਸਤਿਕਾਰ ਨਾਲ ਨਵਾਜ਼ਦੀਆਂ, ਜੋ ਮੈਨੂੰ ਅੱਜ ਦਰਸ਼ਕਾਂ ਦੇ ਰੂਬਰੂ ਹੋਣ ਦਾ ਤੁਸੀਂ ਮੌਕਾ ਦਿੱਤਾ ਹੈ। ਤੇ ਮੈਂ ਸੋਚਦੀ ਹਾਂ ਰਜਨੀ ਕਿ ਜ਼ਿੰਦਗੀ ਜਿਹੜੀ ਹੈ ਉਹ ਖੁਦ ਇੱਕ ਕਹਾਣੀ ਹੈ। ਸਭ ਦੀ ਜ਼ਿੰਦਗੀ ਦੇ ਵਿੱਚ ਬਹੁਤ ਕਹਾਣੀਆਂ ਨੇ ਔਰ ਸਭ ਦੀ ਆਪਣੀ ਲੜਾਈ ਹੈ, ਆਪਣੀ ਕਮਾਈ ਹੈ ਸਭ ਦੀ। ਔਰ ਅਸੀਂ ਸਾਰੇ ਜਿਹੜੇ ਜਿਉਂਦੇ ਜਾਗਦੇ ਸਾਹ ਲੈਂਦੇ ਉਹਦੇ ਪਾਤਰ ਆ। ਬਿਲਕੁਲ ਸਹੀ ਔਰ ਸਾਡੇ ਹਾਲਾਤ, ਜਜ਼ਬਾਤ, ਅਹਿਸਾਸਾਤ, ਖਵਾਹਿਸ਼ਾਤ ਜਿਹੜੇ ਨੇ ਉਹੀ ਸਾਡੇ ਘਟਨਾਕ੍ਰਮ ਜਿਹੜੇ ਨੇ ਸਾਡੇ ਅਨੁਕੂਲ ਵੀ ਬਣਾਉਂਦੇ ਆ, ਪ੍ਰਤੀਕੂਲ ਵੀ ਬਣਾਉਂਦੇ ਨੇ। ਤੇ ਸਾਨੂੰ ਜੀਵਨ ਦੀ ਜਾਂਚ ਵੀ ਸਿਖਾਉਂਦੇ ਆ, ਚਾਹੇ ਗਿਰਦੇ ਆ, ਡਿੱਗਦੇ ਆ, ਫਿਰ ਸਵਾਰ ਹੁੰਦੇ ਆ, ਫਿਰ ਸੰਭਲਦੇ ਆ, ਲੇਕਿਨ ਫਿਰ ਜਜ਼ਬੇ ਨਾਲ, ਤੁਹਾਡੇ ਵਰਗੇ ਨੌਜਵਾਨਾਂ ਦੇ ਦਿੱਤੀ ਹਿੰਮਤ ਨਾਲ ਫਿਰ ਉੱਠਦੇ ਆ, ਚੱਲ ਹਾਊ ਕਰਕੇ ਕਿ ਕੋਈ ਨਾ, ਇਹ ਜ਼ਿੰਦਗੀ ਹੈ, ਇਹ ਆਪਾਂ ਕੱਟਣੀ ਨਹੀਂ, ਇਹਨੂੰ ਬਿਤਾਣਾ ਹੈ। ਕਿਉਂਕਿ ਮਨੁੱਖੀ ਜਾਮਾ ਜਿਹੜਾ ਇੱਕੋ ਵਾਰੀ ਮਿਲਣਾ ਹੈ, ਮੁੜ ਕੇ ਨਹੀਂ ਮਿਲਣਾ। ਪਤਾ ਨਹੀਂ ਫਿਰ ਕਹਿੰਦੇ ਆ ਕਿਹੜੇ ਡੰਗਰ ਜਾਂ ਕਿਹੜੇ ਪਸ਼ੂ ਦੀ ਯੋਨੀ ਪੈਣਾ ਆਪਾਂ। ਤੇ ਇਹਨਾਂ ਜੀਵੰਤ ਕਹਾਣੀਆਂ ਦਾ ਸੂਤਰ ਤਾਂ ਸਿਰਫ ਇੱਕੋ ਹੀ ਹੈ, ਔਰ ਉਹਦੇ ਹੱਥ ਹੀ ਸਾਡੀ ਡੋਰ ਹੈ। ਜਿਸ ਤਰ੍ਹਾਂ ਉਹ ਚਾਹੁੰਦਾ ਉਦਾਂ ਹੀ ਅਸੀਂ ਚੱਲਦੇ ਹਾਂ। ਔਰ ਅਸੀਂ ਮਜਬੂਰ ਹਾਂ, ਵਿਵਸ਼ ਹਾਂ। ਇਤਨੀ ਚਿੰਤਾ ਕਰਨਾ ਸਾਡੀ ਜਾਂ ਕੋਈ ਵੀ ਸੋਚ ਜਿਹੜੀ ਹੈ ਨਕਾਰਾਤਮਕ ਸੋਚ ਹਾਵੀ ਕਰਨਾ, ਇਹ ਨਹੀਂ ਕਹਿੰਦੇ ਕਿ ਨਕਾਰਾਤਮਕ ਸੋਚ ਹਾਵੀ ਨਹੀਂ ਹੁੰਦੀ, ਨੈਗੇਟਿਵਿਟੀ ਨਹੀਂ ਆਉਂਦੀ।
ਜਦੋਂ ਆਪਾਂ ਟੁੱਟਦੇ ਆ, ਬਿਖਰਦੇ ਆ, ਕਈ ਵਾਰ ਪੂਰੀ ਤਰ੍ਹਾਂ ਨਾਲ ਬਿਖਰ ਜਾਂਦੇ ਆ, ਲੇਕਿਨ ਫਿਰ ਵੀ ਉਹ ਸੂਤਰਧਾਰ ਜਿਹੜਾ ਹੈ ਉਹ ਕਿਸੇ ਨਾ ਕਿਸੇ ਰੂਪ 'ਚ ਇਹਨਾਂ ਨੰਨੀਆਂ ਭਰੀਆਂ ਇਹਨਾਂ ਪਿਆਰੇ ਇਨਸਾਨਾਂ ਦੇ ਰੂਪ 'ਚ ਆ ਕੇ ਸਾਨੂੰ ਫਿਰ ਮੁੜ ਤੋਂ ਸਾਨੂੰ ਫਿਰ ਜੀਣ ਦਾ ਹੌਸਲਾ ਦਿੰਦਾ, ਅੱਗੇ ਵਧਾਉਂਦਾ ਹੈ। ਇਸ ਲਈ ਮੈਂ ਉਸ ਪਰਮਾਤਮਾ ਦਾ ਲੱਖ ਕਰੋੜ ਸ਼ੁਕਰਾਨਾ ਅਦਾ ਕਰਦੀ ਹਾਂ ਕਿ ਜਿਹੜੇ ਤੁਹਾਡੇ ਵਰਗੇ ਬੱਚੇ ਨੇਕ ਰੂਹਾਂ, ਨੇਕ ਆਤਮਾਵਾਂ ਵਾਲੇ ਜਿਹੜੇ ਮੈਨੂੰ ਮਿਲੇ ਨੇ, ਔਰ ਮੇਰੀ ਰਾਹ ਜਿਹੜੀ ਆ ਉਹਨਾਂ ਨੇ ਜਿਹੜੀ ਉਬੜ ਖਾਬੜ ਰਾਹ ਨੂੰ ਵੀ ਪੱਧਰਾ ਸਮਤਲ ਕੀਤਾ ਹੈ। ਮੈਂ ਤੁਹਾਡਾ ਲੱਖ ਲੱਖ ਸ਼ੁਕਰਾਨਾ ਕਰਦੀ ਹਾਂ, ਉਸ ਵਾਹਿਗੁਰੂ ਦਾ ਸ਼ੁਕਰਾਨਾ ਅਦਾ ਕਰਦੀ ਹਾਂ ਕਿ ਜੋ ਤੁਹਾਡੇ ਨਾਲ ਮੇਰਾ ਜੀਂਦੇ ਜੀ ਮੇਲ ਕਰਾਇਆ। ਤੇ ਨਾਲ ਹੀ ਮੈਂ ਆਪਣੀ ਇੱਕ ਸਵੈ ਲਿਖਿਤ ਕਹਾਣੀ ਜਿਹੜੀ ਆ ਉਹ ਪੇਸ਼ ਕਰਨ ਦੀ ਇਜਾਜ਼ਤ ਚਾਹੁੰਦੀ ਹਾਂ। ਹਾਂਜੀ, ਸ਼ੁਰੂ ਕਰੋ ਜੀ। ਕਹਾਣੀ ਦਾ ਮਜ਼ਮੂਨ ਹੈ ਗਿਆਨ ਕੀ ਲौ। ਅੱਜ ਗੁਆਂਢ 'ਚ ਰਹਿੰਦੀ ਪੜ੍ਹੀ ਲਿਖੀ ਉੱਚੇ ਰੁਤਬੇ ਤੇ ਆਸੀਨ ਆਂਟੀ ਦੇ ਬੋਲ ਰੀਨਾ 'ਚ ਬਾਰ-ਬਾਰ ਗੂੰਜ ਰਹੇ ਸੀ। ਕਾਲਜ ਤੋਂ ਯੂਨੀਵਰਸਿਟੀ ਪੜ੍ਹਨ ਜਾਂਦੀ ਨੂੰ ਸੁਰਜੀਤ ਆਂਟੀ ਅਕਸਰ ਹੀ ਮਿਲ ਜਾਂਦੇ, ਕਿਉਂਕਿ ਆਂਟੀ ਨੇ ਵੀ ਠੀਕ ਉਸੇ ਸਮੇਂ ਹੀ ਦਫ਼ਤਰ ਲਈ ਬੱਸ ਫੜਨੀ ਹੁੰਦੀ ਸੀ। ਬੱਸ 'ਚ ਸਫ਼ਰ ਦੌਰਾਨ ਗੱਲਬਾਤ ਕਰਦਿਆਂ ਆਂਟੀ ਜ਼ਿੰਦਗੀ ਬਾਬਤ ਬਹੁਤ ਹੀ ਡੂੰਘੀਆਂ ਗੱਲਾਂ ਕਰ ਜਾਂਦੇ। ਉਮਰੋਂ ਭਾਵੇਂ ਐਡੇ ਵੱਡੇ ਨਹੀਂ ਸੀ ਲੱਗਦੇ, ਪਰ ਜ਼ਿੰਦਗੀ ਦੇ ਚੰਗੇ ਮਾੜੇ ਦਿਨ ਹੰਢਾਏ ਲੱਗਦੇ ਸੀ ਉਹਨਾਂ ਨੂੰ। ਭਲਾ ਉਮਰ ਤੇ ਸਿਆਣਪ ਦਾ ਵੀ ਮੇਲ। ਹਾਲਾਤ ਤਾਂ ਮਨੁੱਖ ਨੂੰ ਨਿਆਣੀ ਉਮਰੇ ਸਿਆਣੇ ਤੇ ਸਿਆਣੀ ਉਮਰੇ ਨਿਆਣਾ ਬਣਾਉਣ ਦਾ ਪਾਕਮਾਲ ਹੁਨਰ ਰੱਖਦੀ ਹੈ। ਇਹਨਾਂ ਦੀਆਂ ਵੀ ਕਿਆ ਬਾਤਾਂ ਤੇ ਕਿਆ ਸੌਗਾਤਾਂ। ਸੁਰਜੀਤ ਆਂਟੀ ਤੇ ਉਸਦੀ ਨਿੱਕੀ ਭੈਣ ਕੁਲਜੀਤ ਇੱਕ ਹੀ ਘਰ ਦੇ ਸਕੇ ਦੋਨਾਂ ਭਰਾਵਾਂ ਨਾਲ ਵਿਆਹੀਆਂ ਹੋਈਆਂ ਸੀ, ਜਿਨ੍ਹਾਂ ਤੋਂ ਦੋਵਾਂ ਦੇ ਘਰ ਇੱਕ ਬੇਟੀ ਨੇ ਜਨਮ ਲਿਆ। ਦੋਨੇ ਭੈਣਾਂ ਰੱਜ ਕੇ ਸੋਹਣੀਆਂ, ਪੜ੍ਹੀਆਂ ਲਿਖੀਆਂ, ਗੁਣਾਂ ਦੀਆਂ ਗੁੱਥਲੀਆਂ। ਗੱਲਾਂ ਕਰਦਿਆਂ ਅਕਸਰ ਸੁਰਜੀਤ ਆਂਟੀ ਇੱਕ ਗੱਲ ਤੇ ਬਹੁਤ ਹੀ ਜ਼ਿਆਦਾ ਜ਼ੋਰ ਦੇ ਕੇ ਕਹਿੰਦੇ, ਰੀਮਾ, ਮੈਂ ਸੋਚਦੀ ਹਾਂ ਕੁੜੀਆਂ ਦਾ ਪੜ੍ਹੇ ਲਿਖੇ ਹੋਣਾ ਤੇ ਆਰਥਿਕ ਪੱਖੋਂ ਮਜ਼ਬੂਤ ਹੋਣਾ ਬਹੁਤ ਹੀ ਜ਼ਰੂਰੀ ਹੈ। ਕੀ ਪਤਾ ਕੱਲ ਕਿਸ ਤਰ੍ਹਾਂ ਦੇ ਹਾਲਾਤ ਹੋਣ। ਕੁੜੀ ਪੈਰਾਂ ਤੇ ਖੜੀ ਹੋ ਤਾਂ ਕਿਸੇ ਅੱਗੇ ਹੱਥ ਤਾਂ ਨਹੀਂ ਟੱਡਣੇ ਪੈਂਦੇ। ਪਰ ਅੱਲੜ ਉਮਰੇ ਯੂਨੀਵਰਸਿਟੀ ਪੜ੍ਹਦਿਆਂ ਨੌਜਵਾਨਾਂ ਦੇ ਪੈਰ ਯਥਾਰਥੀ ਧਰਾਤਲ ਤੇ ਘੱਟ ਤੇ ਸੁਪਨ ਸੰਸਾਰ 'ਚ ਜ਼ਿਆਦਾ ਰਹਿੰਦੇ। ਰੀਮਾ ਵੀ ਸਭ ਤੋਂ ਅਲੱਗ ਨਹੀਂ ਸੀ। ਆਮ ਨੌਜਵਾਨ ਕੁੜੀਆਂ ਮੁੰਡਿਆਂ ਵਾਂਗ ਦੀ ਮਾਨਤ ਜ਼ਿਆਦਾ ਸਿਆਣੀਆਂ, ਗੂੜ ਗਿਆਨ ਦੀਆਂ ਗੱਲਾਂ ਬਾਤਾਂ ਤੋਂ ਅਨਭਿੱਗੇ ਹੀ ਰਹਿਣਾ ਚਾਹੁੰਦੀ ਸੀ। ਉਹ ਮਨ ਹੀ ਮਨ ਸੋਚਦੀ ਰਹਿੰਦੀ, ਮੈਨੂੰ ਤਾਂ ਬਸ ਪੜ੍ਹਨ ਦਾ ਸ਼ੌਂਕ ਹੈ, ਮੈਂ ਕਿਹੜਾ ਕਿਸੇ ਦੇ ਹੇਠਾਂ ਨੌਕਰੀ ਕਰਨੀ ਹੈ। ਨਾਲੇ ਸੱਚ ਪੰਡਤ ਨੇ ਵੀ ਤਾਂ ਮੇਰੇ ਟੇਵੇ 'ਚ ਲਿਖਿਆ ਸੀ ਕਿ ਮੈਂ ਨੌਕਰੀ ਨਹੀਂ ਕਰਾਂਗੀ, ਮੈਂ ਤਾਂ ਰਾਜ ਭੋਗਣਾ, ਇੱਕ ਗੱਡੀ ਤੋਂ ਉਤਰਨਾ ਤੇ ਦੂਜੀ ਤੇ ਚੜ੍ਹਨਾ। ਹੁਣ ਸੋਚਦੀ ਹਾਂ ਕਿੰਨੀ ਮੂਰਖ ਸੀ ਜੋ ਖੁਦ ਤੇ ਵਿਸ਼ਵਾਸ ਨਾ ਕਰ ਕਿਸਮਤ ਆਸਰੇ ਕਿਸੇ ਮਹਾਨ ਚਮਤਕਾਰ ਦੇ ਇੰਤਜ਼ਾਰ 'ਚ ਸੀ, ਜੋ ਸੁਪਨੇ ਖੁਦ ਪੂਰੇ ਕਰ ਸਕਦੀ ਸੀ, ਉਸ ਲਈ ਵਿਸਾਖੀਆਂ ਢੂੰਡ ਰਹੀ ਸੀ। ਪਰ ਮੇਰੇ ਅਜ਼ੀਜ਼, ਨਾ ਹਾਲਾਤ ਸਦਾ ਇੱਕੋ ਜਿਹੇ ਰਹਿੰਦੇ ਨੇ ਤੇ ਨਾ ਹੀ ਉਮਰਾਂ। ਪਰਿਵਰਤਨ ਵੀ ਤਾਂ ਪ੍ਰਕਿਰਤੀ ਦਾ ਅਟਲ ਨਿਯਮ ਹੈ। ਜੋ ਅੱਜ ਹੈ ਉਹ ਕੱਲ ਨਹੀਂ ਰਹਿਣਾ। ਪਰ ਕਦੇ-ਕਦੇ ਪਰਿਵਰਤਨ ਵੀ ਬੜਾ ਤਕਲੀਫ ਦੇ ਹੋਣੇ ਪੜਦਾ ਹੈ, ਜਿਸ ਦਾ ਅੰਦੇਸ਼ਾ ਵੀ ਮਨੁੱਖ ਨੂੰ ਨਹੀਂ ਹੁੰਦਾ। ਉਹਾਂ ਤੋਂ ਖੁੰਝਿਆ ਸਫ਼ਰ ਕਈ ਵਾਰ ਮੀਲਾਂ ਤੇ ਹੋ ਜਾਂਦਾ। ਆਪਣੇ ਆਪ 'ਚ ਮਸਤ ਰਹਿਣ ਵਾਲੀ, ਕਿਤਾਬਾਂ ਨਾਲ ਬਾਤਾਂ ਪਾਉਣ ਵਾਲੀ ਰੀਮਾ ਨੂੰ ਵੀ ਕੋਈ ਚਾਹ ਸਕਦਾ ਹੈ, ਪਿਆਰ ਕਰ ਸਕਦਾ ਹੈ। ਪਤਾ ਹੀ ਨਹੀਂ ਲੱਗਾ ਉਹ ਕਦੋਂ ਰਮੇਸ਼ ਦੇ ਜਾਲ ਦੇ ਵਿੱਚ ਉਲਝ ਪੁਲਝ ਕੇ ਰਹਿ ਗਈ ਤੇ ਪਲਕ ਝਪਕਦਿਆਂ ਹੀ ਕਦੋਂ ਮਾਪਿਆਂ ਦੀ ਰਜ਼ਾਮੰਦੀ ਨਾ ਹੁੰਦੇ ਹੋਏ ਵੀ ਵਿਆਹ ਦੇ ਬੰਧਨ ਵਿੱਚ ਦੋਵੇਂ ਬੱਧ ਗਏ। ਰਮੇਸ਼ ਕੋਲ ਨਾ ਤਾਂ ਹੁਣ ਕੋਈ ਨੌਕਰੀ ਸੀ ਤੇ ਨਾ ਹੀ ਅਨੁਭਵ। ਰਮੇਸ਼ ਦੇ ਮਾਪਿਆਂ ਨੇ ਵੀ ਮਰਜ਼ੀ ਦੇ ਖਿਲਾਫ ਜਾਣ ਕਰਕੇ ਆਂਦਿਆਂ ਹੀ ਦੋਨਾਂ ਦੇ ਭਾਂਡੇ ਟਿੰਡੇ ਅਲੱਗ ਕਰ ਦਿੱਤੇ। ਹੁਣ ਸਾਹਮਣਾ ਹੋਇਆ ਯਥਾਰਥ ਦਾ ਹਕੀਕਤ ਦੇ ਨਾਲ। ਜਿਸ ਸੁਪਨ ਰਾਜਕੁਮਾਰ, ਮਸੀਹਾ, ਰਾਜਭਾਗ, ਕਿਸਮਤ, ਪੰਡਤ ਹੱਥਾਂ ਦੀਆਂ ਲਕੀਰਾਂ ਲਿਖੇ ਹੋਣ ਦਾ ਪੁਰਜ਼ੋਰ ਦਾਵਾ ਕੀਤਾ ਸੀ, ਉਹ ਭਾਵ ਬਣ ਕੇ ਕਿਤੇ ਉੱਡ ਗਏ ਸੀ। ਹੁਣ ਸਫ਼ਰ ਸ਼ੁਰੂ ਹੋਇਆ ਪੜ੍ਹਾਈ ਲਿਖਾਈ
ਮਿਹਨਤ, ਸਵੈ ਵਿਸ਼ਵਾਸ, ਸੰਘਰਸ਼ ਹੁੰਦਾ। ਬਿਲਕੁਲ ਘਰ ਸਿਰਫ ਪਿਆਰ ਮੁਹੱਬਤ ਨਾਲ ਨਹੀਂ ਚੱਲਦਾ, ਬਲਕਿ ਭੁੱਖਾ ਪੇਟ ਰੋਟੀ ਵੀ ਮੰਗਦਾ ਹੈ। ਵਿਆਹ ਜਿੱਥੇ ਦੋ ਪਾਕ ਰੂਹਾਂ ਦਾ ਮੇਲ ਹੈ, ਉੱਥੇ ਇੱਕ ਬਹੁਤ ਹੀ ਵੱਡੀ ਜ਼ਿੰਮੇਵਾਰੀ ਵੀ ਹੈ। ਰਮੇਸ਼ ਤੇ ਰੀਮਾ ਦੋਨਾਂ ਕੋਲ ਕੋਈ ਰੁਜ਼ਗਾਰ ਨਾ ਹੋਣਾ ਤੇ ਨਿੱਤ ਦੇ ਕਲਾ ਕਲੇਸ਼ ਰਹਿੰਦਿਆਂ ਜ਼ਿੰਦਗੀ ਨਰਕ ਬਣ ਚੁੱਕੀ ਸੀ। ਨਾ ਵਿਆਹੇ ਚਾਅ, ਸਦਰਾਂ, ਸੁਨਹਿਲੇ ਸਪਨ ਕਿਤੇ ਉੜਨ ਛੂ ਹੋ ਚੁੱਕੇ ਸੀ। ਕਹਿੰਦੇ ਸਿਆਣੇ ਦਾ ਕਿਆ ਤੇ ਔਲੇ ਦਾ ਖਾਦਾ ਬਾਅਦ 'ਚ ਹੀ ਪਤਾ ਲੱਗਦਾ। ਹੁਣ ਰੀਮਾ ਨਾ ਪੇਕੇ ਵਾਪਿਸ ਜਾ ਸਕਦੀ ਸੀ ਤੇ ਨਾ ਹੀ ਸਹੁਰੇ ਘਰ। ਕਿਸ ਨੂੰ ਦੋਸ਼ ਦਿੰਦੀ? ਕਿਸਮਤ ਨੂੰ, ਜਿਸਨੇ ਉਸਨੂੰ ਇੱਥੇ ਤੱਕ ਪਹੁੰਚਾ ਦਿੱਤਾ ਸੀ। ਪਰ ਹੁਣ ਪਛਤਾਵੇ ਦਾ ਵੀ ਸਮਾਂ ਨਿਕਲ ਚੁੱਕਾ ਸੀ, ਕਿਉਂਕਿ ਇੱਕ ਨੰਨੀ ਜਾਨ ਅੰਦਰ ਜਨਮ ਲੈ ਚੁੱਕੀ ਸੀ। ਰਮੇਸ਼ ਨੂੰ ਇਸ ਨਾਲ ਕੋਈ ਮਤਲਬ ਨਹੀਂ ਸੀ, ਕਿਉਂਕਿ ਚੰਮ ਦੇ ਵਪਾਰੀ ਕਿਤੇ ਇੱਕ ਜਗ੍ਹਾ ਟਿਕ ਕੇ ਨਹੀਂ ਰਹਿੰਦੇ। ਖੁਦ ਕੋਈ ਕੰਮ ਕਰਨਾ ਹੱਦ ਤੱਕ ਸਮਝਦੇ ਤੇ ਔਰਤਾਂ ਦਾ ਬਾਹਰ ਜਾ ਕੇ ਕੰਮ ਕਰਨਾ ਇਹਨਾਂ ਦੀ ਮਰਦਾਨਗੀ ਤੇ ਚੋਟ ਕਰਦਾ। ਇਹੋ ਜਿਹੇ ਦੋਗਲੇ ਸਮਾਜ ਦੇ ਬਸ਼ਿੰਦੇ ਨੇ, ਜਿਸ 'ਚ ਆਪਣੀਆਂ ਧੀਆਂ ਭੈਣਾਂ ਲਈ ਅਲੱਗ ਤੇ ਬੇਗਾਨੀਆਂ ਲਈ ਸਾਡੀ ਸੋਚ, ਸਾਡੀ ਮਾਨਸਿਕਤਾ, ਸਾਡੇ ਮਾਪਦੰਡ, ਪੈਮਾਨੇ ਅਲੱਗ ਹੀ ਹੁੰਦੇ ਨੇ। ਹੁਣ ਰੀਮਾ ਇਕੱਲੀ, ਨਿਰਾਸ਼, ਹਤਾਸ਼ ਪਤਨੀ ਨੇ ਸਗੋਂ ਇੱਕ ਮਜ਼ਬੂਤ, ਨਿਡਰ ਮਾਂ ਬਣ ਚੁੱਕੀ ਸੀ, ਜਿਸ ਨੂੰ ਕਿਸੇ ਕਰਿਸ਼ਮੇ ਦਾ ਇੰਤਜ਼ਾਰ ਨਹੀਂ ਸੀ, ਨਾ ਹੀ ਸਮਾਜ ਦਾ ਡਰ। ਗਿਆਨ ਦੀ ਲੋ ਜਿਹੜੀ ਕਿਤੇ ਸਮੇਂ ਦੇ ਨਾਲ ਬੁਝ ਮੁੱਕ ਚੁੱਕੀ ਸੀ, ਮੁੜ ਉਸਨੇ ਉਸਨੂੰ ਸੁਰਜੀਤ ਕੀਤਾ। ਆਪਣੀ ਅਧੂਰੀ ਪੜ੍ਹਾਈ ਨੂੰ ਮੁਕੰਮਲ ਕੀਤਾ, ਜਿਸ ਨੇ ਰੀਮਾ ਦੇ ਅੰਦਰ ਸੁੱਤੇ ਸਵੈ ਵਿਸ਼ਵਾਸ ਨੂੰ ਮੁੜ ਤੋਂ ਹਿਲਾਉਣਿਆ ਤੇ ਜ਼ਿੰਦਗੀ ਜੀਵਨ ਨਾਲ ਦੋ ਹੱਥ ਕਰਨ ਲਈ ਤਿਆਰ ਕੀਤਾ। ਨੌਕਰੀ ਲੈਣ ਲਈ ਬਣਦੀ ਯੋਗਤਾ ਹਾਸਲ ਕੀਤੀ। ਕਹਿੰਦੇ ਨੇ ਜਿੱਥੇ ਚਾਹ ਤੇ ਉੱਥੇ ਰਾਹ। ਜਲਦੀ ਹੀ ਰੀਮਾ ਨੂੰ ਪੱਕੀ ਨੌਕਰੀ ਮਿਲ ਗਈ। ਜ਼ਿੰਮੇਦਾਰੀਆਂ ਤੋਂ ਮੂੰਹ ਹਨੇਰੇ ਭੱਜਿਆ ਰਮੇਸ਼ ਆਪਣੀਆਂ ਹੀ ਰੰਗਰਲੀਆਂ 'ਚ ਮਸਤ ਸੀ, ਜਿਸ ਰੀਮਾ ਤੇ ਉਹਦੀ ਬੇਟੀ ਲਈ ਕੋਈ ਜਗ੍ਹਾ ਨਹੀਂ ਸੀ। ਸਮਾਜ ਦੇ ਵੱਧੇ ਵਧਾਏ ਸਦੀਆਂ ਤੋਂ ਚਲਾਏਮਾਨ ਰੀਤੀ ਰਿਵਾਜਾਂ, ਸੰਸਕਾਰਾਂ ਦੀ ਦੁਹਾਈ ਸਿਰਫ ਔਰਤਾਂ ਲਈ ਹੈ, ਜਿਨ੍ਹਾਂ ਨੂੰ ਜਨਮ ਤੋਂ ਹੀ ਕੁੱਟੀ 'ਚ ਇਹ ਪਿਲਾਇਆ ਸਿਖਾਇਆ ਜਾਂਦਾ ਹੈ। ਇਹ ਕੰਡੀਸ਼ਨਿੰਗ ਕੀਤੀ ਜਾਂਦੀ ਹੈ ਕਿ ਜਿਸ ਘਰ 'ਚੋਂ ਡੋਲੀ ਤੇ ਚੜ ਕੇ ਜਾਂਦੀਆਂ, ਉੱਥੋਂ ਉਹਨਾਂ ਦੀ ਅਰਥੀ ਹੀ ਨਿਕਲਣੀ ਚਾਹੀਦੀ ਹੈ। ਪਰ ਮਰਦਾਂ ਲਈ ਨਾ ਕੋਈ ਸੰਸਕਾਰ, ਨਾ ਕੋਈ ਬੰਧਨ, ਹਰ ਜਾਇਜ਼ ਨਜਾਇਜ਼ ਮਾਫ। ਪਰ ਮੈਂ ਆਪਣੀ ਲਾਡੋ ਤੇ ਲਾਡੋ ਧੀ ਰਾਣੀਆਂ ਨਾਲ ਏਦਾਂ ਨਹੀਂ ਹੋਣ ਦੇਵਾਂਗੀ। ਇਹਨਾਂ ਨੰਨੀਆਂ ਜਾਨਾਂ ਦਾ ਕੀ ਕਸੂਰ? ਮੈਂ ਖੂਬ ਪੜਾਵਾਂਗੀ, ਲਿਖਾਵਾਂਗੀ, ਤਾਂ ਕਿ ਫਿਰ ਤੋਂ ਕੋਈ ਵੀ ਰਮੇਸ਼ ਕਿਸੇ ਰੀਮਾ ਦੇ ਦਿਲ ਜਜ਼ਬਾਤ ਨਾਲ ਖੇਡ ਕੇ ਭੱਜ ਨਾ ਸਕੇ। ਧੀਆਂ ਪੁੱਤਾਂ ਨੂੰ ਵੀ ਨਸੀਹਤ ਹੈ ਕਿ ਉਹ ਆਪਣੇ ਮਾਪਿਆਂ ਦੀਆਂ ਗੱਲਾਂ, ਉਹਨਾਂ ਦੇ ਅਨੁਭਵਾਂ ਨੂੰ ਔਖੇ ਪਰੋਖੇ ਨਾ ਕਰ, ਬਲਕਿ ਉਹਨਾਂ ਦੇ ਕੀਤੇ ਫੈਸਲਿਆਂ ਦੀ ਇੱਜ਼ਤ ਕਰਨ। ਅਤੀਤ ਦੇ ਝਰੋਖਿਆਂ ਵਿੱਚ ਗੋਤੇ ਖਾਂਦੀ ਰੀਮਾ ਦੀ ਤੰਦਰਾ ਫੋਨ ਦੀ ਘੰਟੀ ਨੇ ਭੰਗ ਕਰ ਦਿੱਤੀ। ਜਦੋਂ ਵਿਦੇਸ਼ ਸੈਟਲ ਲਾਡੋ ਧੀ ਰਾਣੀ ਨੇ ਕਿਹਾ, ਮੰਮਾ ਮੈਂ ਕੱਲ ਇੰਡੀਆ ਆ ਰਹੀ ਹਾਂ, ਤੇ ਈਸ਼ਵਰ ਦਾ ਲੱਖ ਕਰੋੜ ਸ਼ੁਕਰਾਨਾ ਕਰਦਿਆਂ ਰੀਮਾ ਨੂੰ ਅੱਜ ਸੁਰਜੀਤ ਆਂਟੀ ਦੀਆਂ ਗੱਲਾਂ ਬਹੁਤ ਯਾਦ ਆ ਰਹੀਆਂ ਸੀ, ਬਹੁਤ ਹੀ ਯਾਦ ਆ ਰਹੀਆਂ ਸੀ। ਸ਼ੁਕਰੀਆ। ਬਹੁਤ ਹੀ ਦਿਲ ਨੂੰ ਝੰਜੋੜਨ ਵਾਲੀ ਕਹਾਣੀ, ਤੇ ਕਹਾਣੀ ਸੁਣ ਕੇ ਇਵੇਂ ਲੱਗ ਰਿਹਾ ਸੀ ਜਿਵੇਂ ਇੱਕ ਇੱਕ ਜੋ ਸ਼ਬਦ ਤੁਸੀਂ ਬੋਲ ਰਹੇ ਹੋ ਉਹ ਸਾਡੇ ਸਾਹਮਣੇ ਵਾਪਰ ਰਿਹਾ ਆ। ਇੱਕ ਇੱਕ ਲਫ਼ਜ਼ ਜਿਹੜਾ ਆ ਉਹ ਸੱਚ ਆ, ਔਰ ਇਸ ਕਹਾਣੀ ਨੂੰ ਹੰਢਾ ਕੇ ਕਿਸੇ ਔਰਤ ਨੇ ਲਿਖਿਆ ਆ, ਔਰ ਇਹਦਾ ਇੱਕ ਇੱਕ ਜਿਹੜਾ ਤੱਤ ਆ, ਇੱਕ ਜਿਹੜਾ ਸਾਰ ਆ ਦਾ ਜਿਹੜਾ ਨਿਚੋੜ ਆ, ਉਹਨੂੰ ਸੰਭਾਲਣ ਦੀ ਲੋੜ ਆ। ਔਰ ਇੰਨੀ ਜਜ਼ਬਾਤੀ ਤੇ ਇੰਨੀ ਭਾਵੁਕ ਕਹਾਣੀ ਔਰ ਇੱਕ ਸੰਦੇਸ਼ ਦੇਣ ਵਾਲੀ ਕਹਾਣੀ ਲਈ ਤੁਹਾਡਾ ਤਹਿ ਦਿਲੋਂ ਧੰਨਵਾਦ। ਸ਼ੁਕਰੀਆ ਰਜਨੀ ਜੀ, ਸ਼ੁਕਰੀਆ। ਹੈਲੋ ਜੱਸੀ ਦੀਦੀ।
ਹਾਂਜੀ ਹਾਂਜੀ, ਐਕਚੁਅਲੀ ਮੈਨੂੰ ਥੋੜੀ ਆਵਾਜ਼ 'ਚ ਗੜਬੜੀ ਹੋ ਰਹੀ ਸੀ, ਇਸ ਕਰਕੇ ਮੈਨੂੰ ਪਤਾ ਨਹੀਂ ਲੱਗਿਆ। ਸੀਮਾ ਭਾਟੀਆ ਜੀ, ਮੈਂ ਤੁਹਾਡੀ ਕਹਾਣੀ ਦੇ ਬਾਰੇ 'ਚ ਇਹ ਕਹਿਣਾ ਚਾਹਾਂਗੀ ਕਿ ਤੁਹਾਡੀ ਕਹਾਣੀ ਤੁਹਾਡੀ ਸ਼ਖਸੀਅਤ ਦੇ ਵਾਂਗਰ ਬਹੁਤ ਹੀ ਪਿਆਰੀ ਅਤੇ ਸੰਵੇਦਨਸ਼ੀਲ ਅਤੇ ਸਿੱਖਿਅਕ ਸੀ, ਤੇ ਤੁਹਾਡਾ ਕਹਾਣੀ ਸੁਣਾਉਣ ਦਾ ਤਰੀਕਾ ਬੇਹੱਦ ਖੂਬਸੂਰਤ ਅਤੇ ਪਿਆਰਾ ਸੀ। ਜਿੰਨਾ ਤੁਸੀਂ ਫਲੋ ਦੇ ਨਾਲ ਕਹਾਣੀ ਦੇ ਵਿੱਚ ਡੁੱਬ ਕੇ ਬੜੇ ਮਿੱਠੀ ਮਿੱਠੀ ਆਵਾਜ਼ ਦੇ ਨਾਲ ਸਾਨੂੰ ਕਹਾਣੀ ਸੁਣਾਈ, ਇਸ ਦੀ ਦਾਦ ਦੇਣੀ ਬਣਦੀ ਹੈ। ਅਤੇ ਤੁਹਾਡੀ ਕਹਾਣੀ ਸਮਾਜ ਦੇ ਬਿਮਾਰ ਮਾਨਸਿਕਤਾ ਤੇ ਸਮਾਜ ਦੀ ਬਿਮਾਰ ਮਾਨਸਿਕਤਾ ਤੇ ਇੱਕ ਚਪੇੜ ਸੀ, ਤੇ ਤੁਹਾਡੀ ਕਹਾਣੀ ਦੀ ਪਾਤਰ ਰੇਮਾ ਬਹੁਤ ਹੀ ਜਿੰਦਾ ਦਿਲ ਤੇ ਸਮਾਜ ਨੂੰ ਟੱਕਰ ਦਿੰਦੀ ਕੁੜੀ ਸੀ। ਤੇ ਮੈਂ ਸਿਰਫ ਇਹੀ ਕਹਿਣਾ ਚਾਹਾਂਗੀ ਕਿ ਆਪਾਂ ਕਾਸ਼ ਸਮਾਜ ਦੀ ਹਰ ਇੱਕ ਕੁੜੀ, ਹਰ ਇੱਕ ਔਰਤ ਤੁਹਾਡੀ ਕਹਾਣੀ ਦੇ ਪਾਤਰ ਵਾਂਗਰ ਮਜ਼ਬੂਤ ਬਣ ਸਕੇ। ਇਹ ਆਪਾਂ ਪ੍ਰਮਾਤਮਾ ਅੱਗੇ ਅਰਦਾਸ ਕਰ ਸਕਦੇ ਹਾਂ ਕਿ ਸਿਰਫ ਆਪਾਂ ਕਹਾਣੀਆਂ ਹੀ ਨਾ ਲਿਖ ਆਮੀਨ। ਸਕੀਏ, ਹਰ ਰਿਐਲਿਟੀ ਦੇ ਵਿੱਚ ਬਿਲਕੁਲ ਹਰ ਇੱਕ ਕੁੜੀ ਇੰਨੀ ਮਜ਼ਬੂਤ ਬਣ ਸਕੇ, ਆਪਣੇ ਲਈ ਆਵਾਜ਼ ਉਠਾ ਸਕੇ, ਆਪਣੇ ਪੈਰਾਂ ਸਿਰ ਖੜੋ ਸਕੇ। ਬਿਲਕੁਲ ਜੱਸੀ, ਮੈਂ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਹਾਂ, ਕਿਉਂਕਿ ਦੇਖੋ ਇਹ ਆਮ ਕਹਾਣੀਆਂ ਜਿਹੜੀਆਂ ਨੇ ਆਪਣੇ ਸਾਹਿਤ ਜਿਹੜਾ ਉਹ ਸਮਾਜ ਦਾ ਹੀ ਇੱਕ ਅੰਗ ਹੈ, ਔਰ ਜੋ ਸਮਾਜ ਦੇ ਵਿੱਚ ਵਿਚਰ ਰਿਹਾ ਉਹ ਹੀ ਕਹਾਣੀਆਂ ਬਣਦੀਆਂ ਨੇ। ਇਹ ਜਦੋਂ ਤੋਂ ਮਨੁੱਖ ਹੋਂਦ ਵਿੱਚ ਆਇਆ ਉਦੋਂ ਤੋਂ ਹੀ ਕਹਾਣੀਆਂ ਦਾ ਸਿਲਸਿਲਾ ਜਿਹੜਾ ਸ਼ੁਰੂ ਹੋਇਆ, ਔਰ ਹਰ ਇੱਕ ਬੰਦਾ ਕਈ ਕਹਾਣੀਆਂ ਆਪਣੇ ਵਜੂਦ ਵਿੱਚ ਸਮੇਟੀ ਬੈਠਾ ਹੈ। ਔਰ ਕਹਿੰਦੇ ਆ ਕਿ ਜਿਹੜਾ ਸਾਹਿਤ ਜਿਹੜਾ ਕਿਸੇ ਨੂੰ ਚੇਂਜ ਕਰ ਦੇਵੇ ਉਹੀ ਅੱਛਾ ਸਾਹਿਤ ਹੈ। ਉਹੀ ਲੇਖਣੀ ਜਿਹੜੀ ਹੈ, ਉਹ ਜਿਹੜੀ ਕਾਰਗਰ ਹੈ, ਉਹੀ ਜਿਹੜੀ ਹੈ ਲੇਖਣੀ ਜਿਹੜੀ ਹੈ ਪ੍ਰਭਾਵੀ ਲੇਖਣੀ ਹੈ, ਜਿਹੜੀ ਸਮਾਜ ਦੇ ਵਿੱਚ ਜਿਹੜਾ ਇੱਕ ਇਨਕਲਾਬ ਲੈ ਆਏ, ਇੱਕ ਚੇਂਜ, ਇੱਕ ਪਰਿਵਰਤਨ ਲਿਆ ਦੇਵੇ। ਲੇਕਿਨ ਪਰਿਵਰਤਨ ਲਿਆਣਾ ਜਿਹੜਾ ਉਹ ਸਾਡੇ ਖੁਦ ਦੇ ਹੱਥ ਦੇ ਵਿੱਚ ਹੀ ਹੈ, ਕਿਸੇ ਹੋਰ ਦੇ ਹੱਥਾਂ 'ਚ ਨਹੀਂ ਹੈ। ਜਦ ਅਸੀਂ ਖੁਦ ਨੂੰ ਅੰਦਰੋਂ ਚੇਂਜ ਕਰਨਾ ਚਾਹਾਂਗੇ, ਖੁਦ ਨੂੰ ਦਾ ਦਿਮਾਗ ਜਿਹੜਾ, ਉਹਦਾ ਭਾਂਡਾ ਜਿਹੜਾ ਉਹ ਸਿੱਧਾ ਰੱਖਣਾ ਚਾਹਾਂਗੇ, ਕਿਉਂਕਿ ਦੇਖੋ ਇੱਕ ਮੇਰਾ ਜ਼ਿੰਦਗੀ ਦਾ ਤਜਰਬਾ ਰਿਹਾ ਹੈ ਕਿ ਮੈਂ ਜ਼ਿੰਦਗੀ 'ਚ ਇੱਕ ਉਸ ਪਰਮਾਤਮਾ ਨੂੰ ਮੰਨਦੀ ਹਾਂ ਔਰ ਇੱਕ ਦੇ ਹੀ ਲੜ ਲੱਗੀ ਹਾਂ, ਤੇ 2 3 4 ਉਹ ਜ਼ਿੰਦਗੀ 'ਚ ਜਿਹੜਾ ਕਦੀ ਵੀ ਉਹ ਨਾ ਸਾਰਥਕ ਹੁੰਦਾ, ਔਰ ਉਹ ਸਮਾਜ ਨੂੰ ਹਮੇਸ਼ਾ ਉਲਟ ਦਿਸ਼ਾ ਹੀ ਦਿੰਦਾ। ਇਸ ਲਈ 2 3 4 ਦੀ ਬਜਾਏ ਜੋ ਇੱਕ ਈਸ਼ਵਰ ਨੇ ਦੇ ਦਿੱਤਾ, ਜੋ ਈਸ਼ਵਰ ਨੇ ਤੁਹਾਡੇ ਪ੍ਰਾਰਬਧ ਵਿੱਚ, ਤੁਹਾਡੀ ਕਿਸਮਤ 'ਚ ਲਿਖ ਦਿੱਤਾ, ਉਸ ਨੂੰ ਜਾਂ ਤਾਂ ਤੁਸੀਂ ਠੋਕ ਵਜਾ ਕੇ ਠੀਕ ਕਰ ਲਓ, ਜਾਂ ਫਿਰ ਉਸਦੇ ਨਾਲ ਜਿਹੜਾ ਆਪਣੇ ਆਪ ਨੂੰ ਚੇਂਜ ਕਰਕੇ ਇੱਕ ਗਿਆਨ ਦੀ ਰੋਸ਼ਨੀ ਨਾਲ ਦੂਸਰਿਆਂ ਨੂੰ ਸਹੀ ਸੇਧ ਦੇ ਦਈਏ। ਮੇਰਾ ਇਹ ਨਿੱਜੀ ਵਿਚਾਰ ਹੈ, ਇਹ ਤਜਰਬਾ ਹੈ ਮੇਰਾ ਜ਼ਿੰਦਗੀ ਦਾ। ਜੀ ਬਿਲਕੁਲ ਭੈਣ ਜੀ, ਉਹ ਹਾਂ, ਮੈਨੂੰ ਐਕਚੁਅਲੀ ਆਵਾਜ਼ ਥੋੜੀ ਜਿਹੀ ਪਿਛਾਂ ਤੋਂ ਰੁਕ ਕੇ ਆ ਰਹੀ ਹੈ, ਇਸ ਕਰਕੇ ਜੇਕਰ ਮੇਰੇ ਤੁਹਾਡੇ ਨਾਲ ਥੋੜਾ ਜਿਹਾ ਤਾਲਮੇਲ ਨਾ ਬੈਠੇ ਤਾਂ ਮੈਂ ਇਸ ਗੱਲ ਦੀ ਮਾਫੀ ਮੰਗਦੀ ਹਾਂ। ਨਹੀਂ, ਕੋਈ ਗੱਲ ਨਹੀਂ। ਤੇ ਤੁਹਾਡੇ ਵਿਚਾਰ ਜਿੰਨੇ ਵੀ ਅਸੀਂ ਜਾਣ ਸਕੀਏ, ਜਿੰਨਾ ਦਿਲ ਕਰਦਾ ਕਿ ਤੁਹਾਨੂੰ ਸੁਣਦੇ ਰਹੀਏ, ਕਿਉਂਕਿ ਅਫਕੋਰਸ ਤੁਸੀਂ ਡਾਕਟਰ ਹੋ, ਤੁਸੀਂ ਸਾਡੇ ਤੋਂ ਬਹੁਤ ਜ਼ਿਆਦਾ ਬਿਹਤਰ ਜਾਣਦੇ ਹੋ, ਤੁਸੀਂ ਦੁਨੀਆਦਾਰੀ ਦੇਖੀਏ ਕਿ ਤੇ ਮੈਂ ਤੁਹਾਡੀ ਤੇ ਭੈਣ ਰਜਨੀ ਵਾਲੀਆ ਜੀ ਦੀ ਇਜਾਜ਼ਤ ਮੰਗਦੀ ਹਾਂ ਤੁਹਾਡੇ ਤੋਂ ਕਿ ਮੈਂ ਆਪਣੀ ਇੱਕ ਛੋਟੀ ਜਿਹੀ ਕਹਾਣੀ ਤੁਹਾਡੇ ਅੱਗੇ ਰੱਖਣਾ ਚਾਹੁੰਦੀ ਹਾਂ, ਤੇ ਮੈਨੂੰ ਪੂਰਨ ਆਸ ਹੈ ਕਿ ਮੈਂ ਕਹਾਣੀ ਵਿੱਚ ਜੋ ਕਹਿਣ ਦੀ ਕੋਸ਼ਿਸ਼ ਕੀਤੀ ਆ ਤੁਸੀਂ ਉਸ ਨੂੰ ਜ਼ਰੂਰ ਸਮਝੋਗੇ ਤੇ ਉਸ ਦੇ ਨਾਲ ਰਲਦੀ ਜੁਲਦੀ ਇੱਕ ਬੜੀ ਖੂਬਸੂਰਤ ਕੋਈ ਦਲੀਲ ਜ਼ਰੂਰ ਦੇਵੋਗੇ, ਤਾਂ ਕਿ ਇਸ ਕਹਾਣੀ ਨੂੰ ਸੁਣਨ ਵਾਲੇ ਪਾਠਕ ਵੀ ਸਮਝ ਸਕਣ ਕਿ ਇੱਕ ਔਰਤ ਲੇਖਕਾਂ ਦੇ ਉੱਪਰ ਕੀ ਬੀਤਦੀ ਹੈ ਤੇ ਉਹਨਾਂ ਨੂੰ ਕਿਹੜੀਆਂ ਕਠਿਨਾਈਆਂ ਦਾ ਸਾਹਮਣਾ ਕਰਨਾ ਪੈਂਦਾ ਆ। ਜੀ ਬਿਲਕੁਲ ਸੋ ਜੀ, ਹੁਣ ਮੈਂ ਆਪਣੀ ਕਹਾਣੀ ਸੁਣਾਉਣੀ ਆਰੰਭ ਕਰਦੀ ਹਾਂ। ਕਹਾਣੀ ਦਾ ਟਾਈਟਲ ਹੈ ਕਿ ਜੇਕਰ ਮਿਸ਼ਰੀ ਥੱਲੇ ਡਿੱਗ ਜਾਵੇ ਤਾਂ ਕੀੜੀਆਂ ਤਾਂ ਲੱਗ ਹੀ ਜਾਂਦੀਆਂ, ਇਹਦੇ ਚ ਕੀੜੀਆਂ ਦਾ ਕੀ ਕਸੂਰ, ਕਸੂਰ ਤਾਂ ਹੇਠਾਂ ਡਿੱਗਣ ਵਾਲੇ ਦਾ। ਤੇ ਕਹਾਣੀ ਇਸ ਪ੍ਰਕਾਰ ਹੈ। ਕਈ ਦਿਨ ਫੋਨ ਦਾ ਨੈਟ ਬੰਦ ਕਰੀ ਰੱਖਣ ਦੇ ਦੌਰਾਨ ਰਾਣੀ ਆਪਣੀਆਂ ਸੋਚਾਂ 'ਚ ਡੁੱਬੀ ਖਿਜੀ ਰਹਿੰਦੀ। ਉਸ ਨੂੰ ਸਮਝ ਨਾ ਆਉਂਦੀ ਕਰੇ ਤਾਂ ਕੀ ਕਰੇ। ਨੰਬਰ ਬਦਲ ਲਵੇ, ਉਹਨੂੰ ਬਲੌਕ ਕਰ ਦੇਵੇ, ਆਪਣੀ ਆਈਡੀ ਬਦਲ ਲਵੇ, ਕੀ ਕਰੇ।
ਕਿੰਨੀ ਮਿਹਨਤਕਾਰ ਲੇਖਣੀ ਦੇ ਖੇਤਰ 'ਚ ਉਸਨੇ ਥੋੜੀ ਜਿਹੀ ਪਹਿਚਾਣ ਬਣਾਈ ਸੀ। ਆਪਣੇ ਆਪ ਨੂੰ ਮਨਾ ਆਪਣੇ ਆਪ ਨੂੰ ਮਨਾ ਕੇ ਇੱਕ ਦੋਸਤ ਦੀ ਪ੍ਰੇਰਨਾ ਸਦਕਾ ਆਪਣੀਆਂ ਲਿਖਤਾਂ ਲੋਕਾਂ ਨੂੰ ਪੜ੍ਹਾਉਣੀਆਂ ਸ਼ੁਰੂ ਕੀਤੀਆਂ। ਕੁਝ ਲੋਕ ਪੋਸਟਾਂ ਪਸੰਦ ਵੀ ਕਰਦੇ, ਕੁਝ ਅਣਗੌਲੇ ਕਰ ਪੜ੍ਹ ਕੇ ਅਗਾਂਹ ਲੰਘ ਜਾਂਦੇ। ਲੋਕਾਂ ਦੀ ਨਜ਼ਰ ਅੰਦਾਜ਼ੀ ਦਾ ਉਸ ਉੱਪਰ ਕੋਈ ਖਾਸ ਅਸਰ ਨਾ ਹੁੰਦਾ, ਪਰ ਹਾਂ, ਜਦੋਂ ਅਜਿਹੇ ਆਦਮੀ ਟੱਕਰ ਜਾਂਦੇ ਜੋ ਝੂਠੀ ਪ੍ਰਸ਼ੰਸਾ ਕਰ ਮੈਸੇਂਜਰ ਚੋਂ ਨਿਕਲ ਨਿੱਜੀ ਜ਼ਿੰਦਗੀ ਦਾ ਹਿੱਸਾ ਬਣਨ ਦਾ ਯਤਨ ਕਰਦੇ, ਤਾਂ ਮੁਸ਼ਕਿਲਾਂ ਦਾ ਦੌਰ ਸ਼ੁਰੂ ਹੋ ਜਾਂਦਾ। ਕਿੰਨੇ ਕੁ ਜਣਿਆਂ ਨੂੰ ਬਲੌਕ ਕਰਦੀ ਰਹਾ, ਸੋਚਦੀ ਰਾਣੀ ਆਪਣੇ ਮੱਥੇ ਹੱਥ ਮਾਰਦੀ। ਹਫ਼ਤਾ ਭਰ ਕੁ ਦੀ ਗੱਲ ਆ, ਇੱਕ ਆਦਮੀ ਨੇ ਹੈਲੋ ਹਾਈ ਕਰ ਸੰਦੇਸ਼ ਤੇ ਸੰਦੇਸ਼ ਭੇਜਣਾ ਸ਼ੁਰੂ ਕਰ ਦਿੱਤਾ। ਮੇਰੇ ਨਾਲ ਗੱਲ ਕਰੋ, ਜ਼ਰੂਰੀ ਆ। ਵਾਰ-ਵਾਰ ਇੱਕ ਸੰਦੇਸ਼ ਦੇ ਆਉਣ ਨੇ ਰਾਣੀ ਦੇ ਅੰਦਰ ਵੱਸਦੇ ਚਿੰਤਕ ਇਨਸਾਨ ਨੂੰ ਜਗਾ ਦਿੱਤਾ। ਕੀ ਪਤਾ ਅਗਲਾ ਕਿਸੇ ਮੁਸ਼ਕਿਲ 'ਚ ਫਸਿਆ ਹੋਵੇ। ਸੋਚ ਉਸਨੇ ਸੰਦੇਸ਼ ਦਾ ਰਿਪਲਾਈ ਕਰ ਦਿੱਤਾ। ਉਹ ਰਿਪਲਾਈ ਕੀ ਕੀਤਾ, ਅਗਲਾ ਗੱਲ ਹੀ ਪੈ ਗਿਆ। ਸਵੇਰੇ ਸ਼ਾਮ ਗੁੱਡ ਮਾਰਨਿੰਗ, ਗੁੱਡ ਨਾਈਟ ਦੇ ਸੰਦੇਸ਼ ਭੇਜਣ ਤੋਂ ਇਲਾਵਾ ਜਦੋਂ ਵੀ ਰਾਣੀ ਆਨਲਾਈਨ ਹੁੰਦੀ ਤੁਰੰਤ ਮੈਸੇਜ ਭੇਜਣ ਲੱਗ ਪੈਂਦਾ। ਉਸ ਦੁਆਰਾ ਇੰਨਾ ਫਰੈਂਕ ਹੋਣਾ ਰਾਣੀ ਨੂੰ ਚਿੰਤਤ ਕਰ ਦਿੰਦਾ। ਰਾਣੀ ਉਸ ਨੂੰ ਬਹੁਤ ਨਜ਼ਰਅੰਦਾਜ਼ ਕਰਦੀ, ਪਰ ਫਿਰ ਉਹ ਸੰਦੇਸ਼ ਭੇਜਦਾ, ਤੁਸੀਂ ਨਜ਼ਰਅੰਦਾਜ਼ ਕਰ ਰਹੇ ਹੋ, ਵਗੈਰਾ ਵਗੈਰਾ। ਥੋੜਾ ਜਾਣਨ ਤੇ ਪਤਾ ਲੱਗਾ ਕਿ ਉਸ ਆਦਮੀ ਦੀ ਸਾਹਿਤਿਕ ਗਰੁੱਪ ਦੇ ਮੈਂਬਰਾਂ ਨਾਲ ਵੀ ਚੰਗੀ ਉੱਠਣੀ ਬੈਠਣੀ ਸੀ। ਕਿਤੇ ਮੇਰੇ ਖਿਲਾਫ ਹੀ ਕੋਈ ਫਰਲੋ ਨਾ ਛੱਡ ਦੇਵੇ, ਸੋਚ ਰਾਣੀ ਉਸ ਆਦਮੀ ਦੇ ਸੰਦੇਸ਼ਾਂ ਦਾ ਸੰਕੋਚਤਾ ਨਾਲ ਉੱਤਰ ਦਿੰਦੀ ਰਹੀ। ਇਸ ਦੌਰਾਨ ਉਸਨੇ ਆਪਣੀ ਨਿੱਜੀ ਜ਼ਿੰਦਗੀ ਨੂੰ ਦਾਅ ਤੇ ਲੱਗਣ ਤੋਂ ਬਚਾਉਣ ਲਈ ਆਪਣੇ ਘਰ ਵਾਲੇ ਨੂੰ ਸਾਰੀ ਗੱਲ ਜ਼ਰੂਰ ਦੱਸੀ ਕਿ ਕਿਸ ਤਰ੍ਹਾਂ ਇਹ ਬੰਦਾ ਮੈਸੇਜ ਤੇ ਮੈਸੇਜ ਕਰ ਪਰੇਸ਼ਾਨ ਕਰ ਰਿਹਾ ਹੈ। ਉਸਨੇ ਵੀ ਇਹ ਸਲਾਹ ਦਿੱਤੀ ਕਿ ਬਲੌਕ ਕਰ ਦੇ। ਹਾਂ ਠੀਕ ਹੈ, ਥੋੜੀ ਦੇਰ ਦੇਖਦੀ ਆ, ਫਿਰ ਇਹ ਆਪਸ਼ਨ ਤਾਂ ਹੈ ਹੀ। ਸੋਚ ਰਾਣੀ ਚੁੱਪ ਕਰ ਰਹੀ। ਉਸ ਆਦਮੀ ਦੇ ਮੈਸੇਜ ਰਾਣੀ ਨੂੰ ਮੈਂਟਲੀ ਹਰਾਸ ਕਰਨ ਲੱਗ ਪਏ। ਜਦੋਂ ਕਦੇ ਵੀ ਫੋਨ ਤੇ ਘੰਟੀ ਵੱਜਦੀ, ਰਾਣੀ ਨੂੰ ਲੱਗਦਾ ਉਸ ਆਦਮੀ ਦਾ ਹੀ ਸੰਦੇਸ਼ ਹੋਏਗਾ, ਤੇ ਉਹ ਹੁੰਦਾ ਵੀ। ਇਹ ਦੇਖ ਕਈ ਵਾਰ ਰਾਣੀ ਨੇ ਗੁੱਸੇ 'ਚ ਕੰਧ 'ਚ ਟੱਕਰ ਮਾਰੀ ਕਿ ਹਾਏ ਰੱਬਾ, ਕਿਸ ਨਾਲ ਵਾਹ ਪੈ ਗਿਆ ਮੇਰਾ। ਉਹ ਆਦਮੀ ਵੀ ਲੇਖਕ ਸੀ। ਉਸ ਦਾ ਆਪਣਾ YouTube ਚੈਨਲ ਸੀ ਤੇ ਹਜ਼ਾਰਾਂ ਦੀ ਗਿਣਤੀ 'ਚ ਲੋਕ ਉਸ ਨਾਲ ਜੁੜੇ ਹੋਏ ਸਨ। ਉਹ ਆਪਣੀਆਂ ਰਚਨਾਵਾਂ 'ਚ ਜੋ ਲਿਖਦਾ ਸੀ, ਅਸਲ ਜ਼ਿੰਦਗੀ 'ਚ ਉਸ ਤੋਂ ਕੋਹਾਂ ਦੂਰ ਸੀ, ਜਾਂ ਕਹਿ ਲਈਏ ਕਿ ਉਹ ਕਹਿਣੀ ਕਰਨੀ ਦਾ ਇੱਕ ਨਹੀਂ ਸੀ। ਇੱਕ ਲੇਖਕ ਨੂੰ ਦੂਸਰੇ ਲੇਖਕ ਨੂੰ ਸਮਝ ਕੇ ਚੱਲਣਾ ਚਾਹੀਦਾ ਹੈ, ਨਾ ਕਿ ਹਰਾਸ ਕਰਨਾ ਚਾਹੀਦਾ ਹੈ। ਇਹ ਗੱਲ ਉਸ ਆਦਮੀ ਦੀ ਸਮਝੋਂ ਬਾਹਰ ਸੀ। ਭਲਿਆ ਮਾਨਸਾ, ਆਪਾਂ ਪਰਦੇਸੀ ਆ, ਦਿਨ ਰਾਤ ਕੰਮ ਕਰ ਡਾਲਰ ਕਮਾ ਗੁਜ਼ਾਰਾ ਕਰ ਪਾਉਂਦੇ ਆ। ਸਾਰੇ ਤੇਰੇ ਵਰਗੇ ਟੈਕਸੀ ਡਰਾਈਵਰ ਥੋੜੋ ਹੁੰਦੇ ਕਿ ਗੱਡੀ ਵੀ ਚਲਾਈ ਜਾਓ, ਕੰਨਾਂ 'ਚ ਟੂਟੀਆਂ ਲਗਾ ਗੱਲਾਂ ਵੀ ਕਰੀ ਜਾਓ ਤੇ ਚੈਟਾਂ ਵੀ ਕਰੀ ਜਾਓ। ਸੋਚਦੀ ਰਾਣੀ ਖਿਝ ਜਾਂਦੀ। ਉਸ ਆਦਮੀ ਨੇ ਰਾਣੀ ਨੂੰ ਖੰਗਲ ਕਰ ਦਿੱਤਾ। ਉਹ ਹਾਲੇ ਸੋਚ ਹੀ ਰਹੀ ਸੀ ਕਿ ਸਹੀ ਕਦਮ ਕੀ ਹੋਵੇਗਾ। ਇੱਕ ਰਾਤ ਨਾਈਟ ਸ਼ਿਫਟ ਤੇ ਗਈ ਨੂੰ ਰਾਤ ਦੇ 2 ਵਜੇ ਕਿਸੇ ਨਵੇਂ ਨੰਬਰ ਤੋਂ ਸੰਦੇਸ਼ ਆਇਆ ਕਿ ਤੂੰ ਮੇਰੇ ਬੰਦੇ ਨਾਲ ਗੱਲਬਾਤ ਕਰਨੀ ਬੰਦ ਕਰ ਦੇ, ਨਹੀਂ ਫਿਰ ਨਾ ਕਹੀਂ ਕਿ ਮੈਂ ਜੇ ਕੋਈ ਕਦਮ ਉਠਾ ਲਿਆ। ਇਹ ਸੰਦੇਸ਼ ਪੜ੍ਹ ਰਾਣੀ ਨੂੰ ਅੱਗ ਲੱਗ ਗਈ। ਉਸਨੇ ਉਸੇ ਵਕਤ ਉਸੇ ਨੰਬਰ ਤੇ ਫੋਨ ਕੀਤਾ ਤਾਂ ਅਗਲੇ ਨੇ ਨਾ ਚੁੱਕਿਆ। ਰਾਣੀ ਨੂੰ ਬੁੱਝਣ ਤੋਂ ਦੇਰ ਨਾ ਲੱਗੀ ਕਿ ਇਹ ਕੌਣ ਹੋਵੇਗਾ। ਉਸਨੇ ਤੁਰੰਤ ਸੰਦੇਸ਼ ਭੇਜਿਆ ਕਿ ਸੁਣ ਭੈਣ, ਮੈਨੂੰ ਤੇਰੇ ਬੰਦੇ 'ਚ ਕੋਈ ਰੁਚੀ ਨਹੀਂ ਆ। ਮੈਂ ਆਪਣੇ ਆਦਮੀ ਨਾਲ ਬਹੁਤ ਖੁਸ਼ ਹਾਂ। ਮੈਂ ਤਾਂ ਖੁਦ ਬਹੁਤ ਪਰੇਸ਼ਾਨ ਹਾਂ ਕਿ ਇਹ ਬੰਦਾ ਮੈਨੂੰ ਕਿੰਨਾ ਤੰਗ ਕਰ ਰਿਹਾ ਹੈ। ਇਹ ਸੰਦੇਸ਼ ਪੜ੍ਹ ਅੱਗੋਂ ਉਸ ਔਰਤ ਨੇ ਸਕਰੀਨਸ਼ਾਟ ਭੇਜ ਢੇਰ ਲਗਾ ਦਿੱਤਾ ਕਿ ਉਹ ਆਦਮੀ ਲੇਖਕ ਆਨਲਾਈਨ ਕਿੰਨੀਆਂ ਕੁੜੀਆਂ ਨਾਲ ਚੈਟਾਂ ਕਰ ਰਿਹਾ ਸੀ। ਸਭ ਨੂੰ ਇੱਕੋ ਜਿਹੇ ਸੰਦੇਸ਼ ਭੇਜਦਾ। ਇਹ ਸਭ ਦੇਖ ਰਾਣੀ ਰੋ ਪਈ। ਰੱਬ ਨੂੰ ਕੋਸਦਿਆਂ ਉਸਨੇ ਕਿਹਾ, ਹਾਏ ਰੱਬਾ, ਤੂੰ ਮੈਨੂੰ ਕਿਸ ਸਿਆਪੇ 'ਚ ਪਾ ਦਿੱਤਾ ਏ। ਕਿਹੋ ਜਿਹੇ ਆਦਮੀ ਨਾਲ ਫਸ ਗਈ ਹਾਂ। ਸੋਚਦੀ ਨੇ ਉਸਨੇ ਤੁਰੰਤ ਉਸ ਆਦਮੀ ਨੂੰ ਬਲੌਕ ਕੀਤਾ ਤੇ ਉਸਦੀ ਪਤਨੀ ਨੂੰ ਫੋਨ ਤੇ ਗੱਲ ਕਰਨ ਦੀ ਬੇਨਤੀ ਕੀਤੀ। ਅੱਗੋਂ ਪਤਨੀ ਨੇ ਜੋ ਗੱਲ ਦੱਸੀ ਉਸਨੂੰ ਪੜ੍ਹ ਰਾਣੀ ਕੰਬ ਗਈ। ਉਸਨੇ ਕਿਹਾ, ਭੈਣੇ, ਇਸ ਵਕਤ ਮੈਂ ਫੋਨ ਤੇ ਗੱਲ ਨਹੀਂ ਕਰ ਸਕਦੀ। ਇਹ ਸ਼ਰਾਬੀ ਆ, ਹੁਣ ਵੀ ਰੱਜਿਆ ਬੈਠਾ। ਜੇ ਉਹਨੂੰ ਪਤਾ ਲੱਗ ਗਿਆ ਕਿ ਮੈਂ ਤੇਰੇ ਨਾਲ ਗੱਲ ਕਰ ਰਹੀ ਆ ਤਾਂ ਮੈਨੂੰ ਕੁੱਟੇਗਾ ਤੇ ਪੂਰਾ ਕਲੇਸ਼ ਕਰੇਗਾ।
ਸਾਡੇ ਘਰ ਦਾ ਮਾਹੌਲ ਠੀਕ ਨਹੀਂ ਆ। ਨਿੱਤ ਦੀਆਂ ਲੜਾਈ ਝਗੜਿਆਂ ਦਾ ਮੇਰੀ ਧੀ ਉੱਪਰ ਵੀ ਬੇਹੱਦ ਮਾੜਾ ਅਸਰ ਪੈ ਰਿਹਾ ਏ। ਉਹ ਬਹੁਤ ਹੀ ਕਮਜ਼ੋਰ ਹੋ ਗਈ ਹੈ ਤੇ ਮੈਂ ਵੀ ਡਿਪਰੈਸ਼ਨ 'ਚ ਹਾਂ। ਤੁਸੀਂ ਮੈਨੂੰ ਸੁਲਝੇ ਹੋਏ ਚੰਗੇ ਲੱਗੇ, ਇਸ ਲਈ ਤੁਹਾਡੇ ਤੱਕ ਪਹੁੰਚ ਕਰ ਆਪਣਾ ਤੇ ਤੁਹਾਡਾ ਘਰ ਬਚਾਉਣ ਦਾ ਯਤਨ ਕੀਤਾ ਏ। ਇਹ ਆਦਮੀ ਠੀਕ ਨਹੀਂ ਆ। ਮੇਰਾ ਤਾਂ ਘਰ ਵਾਲਾ ਮੈਂ ਛੱਡ ਨਹੀਂ ਸਕਦੀ, ਪਰ ਤੁਸੀਂ ਇਹਦੇ ਜਾਲ 'ਚ ਨਾ ਫਸੋ। ਉਸ ਬੇਬਸ ਪਤਨੀ ਔਰਤ ਮਾਂ ਦਾ ਇਹ ਸੰਦੇਸ਼ ਪੜ੍ਹ ਰਾਣੀ ਭਾਵੁਕ ਹੋ ਗਈ ਤੇ ਉਸਨੇ ਤੁਰੰਤ ਉਸ ਆਦਮੀ ਨੂੰ ਸਭ ਪਾਸੇ ਬਲੌਕ ਕਰ ਦਿੱਤਾ। ਦਿਨ ਵੇਲੇ ਰਾਣੀ ਨੇ ਆਪਣੇ ਪਤੀ ਨੂੰ ਸਾਰੀ ਗੱਲ ਦੱਸ ਕੇ ਸੰਦੇਸ਼ ਪੜ੍ਹਾ ਕੇ ਉਸ ਬੇਬਸ ਪਤਨੀ ਨੂੰ ਫੋਨ ਲਗਾ ਸਾਰੀ ਗੱਲ ਕਲੀਅਰ ਕੀਤੀ। ਹਵਾ ਹੀ ਅਜਿਹੀ ਝੁੱਲ ਰਹੀ ਸੀ ਕਿ ਜੋ ਲੋਕ 10-15 ਸਾਲ ਤੋਂ ਆਸਟ੍ਰੇਲੀਆ ਆ ਕੇ ਰਹਿ ਰਹੇ ਸਨ, ਹੁਣ ਉਹ ਵੈਲ ਸੈਟਲ ਹੋ ਗਏ ਸਨ ਤੇ ਲੱਗਦਾ ਸੀ ਕਿ ਉਹਨਾਂ ਦਾ ਆਪਣੇ ਸਪਾਊਸ ਪ੍ਰਤੀ ਮੋਹ ਖਤਮ ਹੋ ਗਿਆ ਸੀ, ਜਿਸ ਕਾਰਨ ਉਹ ਬਾਹਰ ਮੂੰਹ ਮਾਰਦੇ ਆਪਣੇ ਨਾਲ ਦੂਸਰਿਆਂ ਦਾ ਘਰ ਵੀ ਬਰਬਾਦ ਕਰਨ ਤੇ ਤੁਲ ਰਹੇ ਸਨ। ਸਾਹਿਤਕਾਰ ਕਹਿਣੀ ਕਰਨੀ ਦੇ ਇੱਕ ਹੋਵਣ ਤਾਂ ਚੰਗੇ ਲੱਗਦੇ, ਜੇਕਰ ਉਹ ਪਤਨੀ ਆਪਣੇ ਬੰਦੇ ਦੀਆਂ ਕਰਤੂਤਾਂ ਤੇ ਪਰਦਾ ਪਾ ਮੇਰੇ ਤੇ ਦੋਸ਼ ਲਗਾ ਸਭ ਦੇ ਸਾਹਮਣੇ ਮੈਨੂੰ ਭੰਡਦੀ ਤਾਂ ਮੈਂ ਕਿੰਨਾ ਬਦਨਾਮ ਹੋ ਜਾਣਾ ਸੀ। ਉਹ ਸਮਝਦਾਰ ਅੱਜ ਕੱਲ ਦੀ ਪੜ੍ਹੀ ਲਿਖੀ ਔਰਤ ਸੀ। ਇਹ ਸੋਚਦਿਆਂ ਰਾਣੀ ਨੂੰ ਕੁਝ ਸਮਾਂ ਪਹਿਲਾਂ ਆਪਣੀ ਲਿਖੀ ਇੱਕ ਲਿਖਤ ਯਾਦ ਆ ਗਈ। ਉਹਨੇ ਲਿਖਿਆ ਸੀ, ਇੱਕ ਮਰਦ ਲਈ ਦੋ ਔਰਤਾਂ ਨੂੰ ਝਗੜਦਿਆਂ ਲੱਭਣਾ ਮੁਸ਼ਕਲ ਨਹੀਂ ਹੈ, ਆਮ ਹੀ ਮਿਲ ਜਾਂਦੀਆਂ ਹਨ। ਉਹ ਇੱਕ ਦੂਜੇ ਨਾਲ ਗਾਲੀ ਗਲੋਚ ਕਰਦੀਆਂ, ਕਬਰਾਂ ਪੁੱਟਦੀਆਂ, ਰੋਂਦੀਆਂ, ਆਪਣੀ ਹੋਸ਼ ਗਵਾ ਬੈਠਦੀਆਂ ਹਨ ਤੇ ਜਿਸ ਦੀ ਖਾਤਰ ਇਹ ਸਭ ਵਾਪਰਿਆ ਹੁੰਦਾ ਹੈ, ਉਹ ਨੀਵੀਂ ਪਾ ਬੈਠਾ ਦੇਖਦਾ ਰਹਿੰਦਾ। ਨਹੀਂ ਤੂੰ ਮੇਰਾ ਘਰ ਪੱਟ ਗਏ। ਮਿਹਣਾ ਮਾਰਦੀਆਂ ਔਰਤਾਂ ਗੰਭੀਰਤਾ ਨਾਲ ਸੋਚਣ ਤੇ ਜ਼ੋਰ ਨਹੀਂ ਪਾਉਂਦੀਆਂ। ਜੋ ਬੰਦਾ ਇੱਕ ਨੂੰ ਛੱਡ ਦੂਜੀ ਪਿੱਛੇ ਤੁਰ ਪਏ, ਉਹ ਉਹਦਾ ਕਦੇ ਹੋਇਆ ਹੀ ਨਹੀਂ ਹੁੰਦਾ। ਆਪਣੇ ਹਰ ਹਾਲ 'ਚ ਸਾਥ ਨਿਭਾਉਂਦੇ ਹਨ, ਨਾਲ ਜਿਉਣ ਦੇ ਬਹਾਨੇ ਲੱਭਦੇ ਹਨ, ਛੱਡਦੇ ਨਹੀਂ, ਧੋਖੇ ਨਹੀਂ ਕਰਦੇ। ਇੱਕ ਸਮਝਦਾਰ ਔਰਤ ਦੂਸਰੀ ਔਰਤ ਦੇ ਸਿਰ ਘਰ ਪੱਟਣ ਦਾ ਦੋਸ਼ ਮੜਨ ਦੀ ਬਜਾਏ ਉਸ ਦੀ ਇੱਜ਼ਤ ਕਰਦੀ ਕਹਿੰਦੀ ਹੈ ਕਿ ਜੇ ਕਿਤੇ ਮੈਂ ਤੈਨੂੰ ਮੇਰੇ ਬੰਦੇ ਨਾਲ ਚੈਟ ਕਰਦੇ ਫੜ ਲਿਆ ਤਾਂ ਮੈਂ ਸਮਝਾਂਗੀ ਕਿ ਉਸਨੇ ਹੀ ਤੈਨੂੰ ਆਪਣਾ ਨੰਬਰ ਦਿੱਤਾ ਹੋ। ਜੇ ਕਿਤੇ ਮੈਂ ਤੈਨੂੰ ਮੇਰੇ ਬੰਦੇ ਨੂੰ ਫੋਨ ਕਰਦੇ ਦੇਖ ਲਿਆ ਤਾਂ ਮੈਂ ਸਮਝਾਂਗੀ ਉਹਨੇ ਹੀ ਪਹਿਲਾਂ ਤੈਨੂੰ ਫੋਨ ਦਿੱਤਾ ਹੋ, ਫੋਨ ਕੀਤਾ ਹੋ। ਜੇ ਕਿਧਰੇ ਮੈਂ ਤੈਨੂੰ ਮੇਰੇ ਬੰਦੇ ਨਾਲ ਰੰਗ ਰਲੀਆਂ ਮਨਾਉਂਦੇ ਲੱਭ ਲਿਆ ਤਾਂ ਮੈਂ ਸਮਝਾਂਗੀ ਕਿ ਉਹੀ ਤੈਨੂੰ ਲੈ ਕੇ ਗਿਆ ਹੋ। ਮੇਰਾ ਬੰਦਾ ਬਿਗਾਨੀ ਔਰਤ ਨੂੰ ਜੇਕਰ ਆਪਣਾ ਸਮਾਂ ਦੇ ਰਿਹਾ ਹੈ, ਉਸ ਨਾਲ ਵਰਤ ਰਿਹਾ ਹੈ, ਉਸ ਦਾ ਧਿਆਨ ਰੱਖ ਰਿਹਾ ਹੈ, ਉਸ ਨਾਲ ਰੰਗ ਰਲੀਆਂ ਮਨਾ ਰਿਹਾ ਹੈ, ਉਸ ਤੇ ਮਾਇਆ ਖਰਚ ਕਰ ਰਿਹਾ ਹੈ, ਤਾਂ ਇਹ ਸਾਰਾ ਉਸ ਦਾ ਦੋਸ਼ ਹੈ, ਬਿਗਾਨੀ ਨਾਰ ਦਾ ਨਹੀਂ। ਅਸਲੀ ਮਰਦ ਆਪਣੀ ਔਰਤ ਤੋਂ ਬਿਨਾਂ ਕਿਸੇ ਹੋਰ ਔਰਤ ਦੇ ਸਾਹਾਂ 'ਚ ਸਾਹ ਨਹੀਂ ਭਰੇਗਾ। ਬਿਗਾਨੀ ਔਰਤ ਜੇਕਰ ਪਲੰਗ 'ਚ ਆ ਗਈ ਹੈ ਤਾਂ ਉਹ ਬਿਲਕੁਲ ਵੀ ਮਾੜੀ ਕਹਿਲਾਉਣ ਅਤੇ ਬੇਇੱਜ਼ਤੀ ਕਰਾਉਣਾ ਡਿਜ਼ਰਵ ਨਹੀਂ ਕਰਦੀ ਹੁੰਦੀ, ਕਿਉਂਕਿ ਇਹ ਮਰਦ ਦੀ ਜ਼ਿੰਮੇਵਾਰੀ ਹੈ ਕਿ ਉਹ ਆਪਣੀ ਔਰਤ ਪ੍ਰਤੀ ਵਫਾਦਾਰ ਰਹੇ, ਉਹਦੀ ਪਿੱਠ ਪਿੱਛੇ ਵੀ ਉਸਦੇ ਸਨਮਾਨ ਦੀ ਰੱਖਿਆ ਕਰੇ ਅਤੇ ਆਪਣੀ ਮਾਨਸਿਕ ਅਤੇ ਸਰੀਰਕ ਦੇਹੀ ਉੱਪਰ ਆਪਣੀ ਨਾਰ ਤੋਂ ਬਿਨਾਂ ਕਿਸੇ ਹੋਰ ਨੂੰ ਨੇੜ ਨਾ ਲੱਗਣ ਦੇਵੇ। ਔਰਤਾਂ ਨੂੰ ਚਾਹੀਦਾ ਹੈ ਕਿ ਉਹ ਵਿਰਾਗ 'ਚ ਇਹ ਕਹਿਣ ਦੀ ਬਜਾਏ ਕਿ ਨਹੀਂ ਤੂੰ ਸਾਡਾ ਘਰ ਪੱਟਤਾ, ਆਪਣੇ ਬੰਦੇ ਨੂੰ ਮਿਹਣਾ ਮਾਰਨ ਕਿ ਵੇ ਤੂੰ ਆਪਣਾ ਘਰ ਪੱਟਤਾ। ਜੇਕਰ ਮਿਸ਼ਰੀ ਥੱਲੇ ਡਿੱਗ ਜਾਵੇ ਤਾਂ ਕੀੜੀਆਂ ਤਾਂ ਲੱਗ ਹੀ ਜਾਂਦੀਆਂ। ਇਹਦੇ 'ਚ ਕੀੜੀਆਂ ਦਾ ਕੀ ਕਸੂਰ? ਕਸੂਰ ਤਾਂ ਹੇਠਾਂ ਡਿੱਗਣ ਵਾਲੇ ਦਾ। ਆਪਣੀ ਲਿਖੀ ਲਿਖਤ ਨੂੰ ਦੁਬਾਰਾ ਯਾਦ ਕਰਕੇ, ਉਸ ਆਦਮੀ ਨੂੰ ਬਲੌਕ ਕਰਕੇ, ਉਸਦੀ ਪਤਨੀ ਨਾਲ ਸਾਰੀਆਂ ਗਲਤ ਫਹਿਮੀਆਂ ਕਲੀਅਰ ਕਰਕੇ ਕਈ ਦਿਨਾਂ ਬਾਅਦ ਰਾਣੀ ਦੇ ਮਨ ਨੂੰ ਚੈਨ ਆਇਆ ਸੀ। ਜੇ ਤੂੰ ਸਾਹਿਤ ਦੇ ਖੇਤਰ 'ਚ ਅੱਗੇ ਵਧਣਾ, ਅਜਿਹੇ ਆਦਮੀਆਂ ਨਾਲ ਤੇਰਾ ਨਿੱਤ ਵਾਹ ਪੈਣਾ। ਤੈਨੂੰ ਸਿੱਖਣਾ ਪੈਣਾ ਕਿ ਇਹਨਾਂ ਨਾਲ ਨਜਿੱਠਣਾ ਕਿਵੇਂ। ਆਪਣੇ ਸਿਰ ਦੇ ਸਾਈਂ ਦੀਆਂ ਗੱਲਾਂ ਰਾਣੀ ਦੇ ਦਿਮਾਗ 'ਚ ਰੀਲ ਬਣ ਘੁੰਮ ਰਹੀਆਂ ਸਨ। ਬਹੁਤ ਸ਼ੁਕਰੀਆ ਭੈਣ ਜੀ। ਖੂਬਸੂਰਤ, ਬਹੁਤ ਸੋਹਣੀ ਕਹਾਣੀ। ਅੱਜ ਕੱਲ ਦੇ ਮਾਹੌਲ ਦੇ ਮੁਤਾਬਕ ਸਮਰਪਿਤ ਜੋ ਵਾਪਰ ਰਿਹਾ ਆ ਉਹਦੇ ਉੱਪਰ ਲਿਖੀ ਕਹਾਣੀ, ਔਰ ਵਾਕਈ ਰੂਹ ਦੇ ਨਾਲ ਲਿਖੀ ਹੋਈ ਕਹਾਣੀ। ਇਹ ਦਿਖਾ ਰਹੀ ਆ ਇੱਕ ਇਨਸਾਨ ਦੀ ਫਿਤਰਤ ਨੂੰ। ਅੱਜ ਵੀ ਮਰਦ ਦੀ ਫਿਤਰਤ ਜਿਹੜੀ ਆ ਉਹ ਬਦਲੀ ਨਹੀਂ ਆ। ਅਸੀਂ ਕਹਿ ਲੈਂਦੇ ਆ ਪਰ ਮਰਦ ਜਿਹੜਾ ਆ ਉਹਦੀ ਫਿਤਰਤ ਅੱਜ ਵੀ ਨਹੀਂ ਬਦਲੀ, ਕਿਉਂਕਿ ਇਨਸਾਨੀ ਫਿਤਰਤ ਨੂੰ ਬਦਲਣਾ ਇਸ ਕਰਕੇ ਮੁਸ਼ਕਲ ਆ ਕਿਉਂਕਿ ਇਹਨੂੰ ਬਦਲਣ ਤੋਂ ਪਹਿਲਾਂ ਇਹ ਸਵੀਕਾਰ ਕਰਨਾ ਪੈਂਦਾ ਕਿ ਅਸੀਂ ਗਲਤ ਆ। ਅੱਜ ਵੀ ਸਮਾਜ ਦੇ ਵਿੱਚ ਅਜਿਹੇ ਪੁਰਸ਼ਾਂ ਦੀ ਭਰਮਾਰ ਆ ਜਿਹੜੇ ਇਹ ਸਮਝਦੇ ਆ ਕਿ ਝੂਠ, ਮਕਾਰੀ, ਪਖੰਡ ਦਾ ਸਹਾਰਾ ਲੈ ਕੇ ਉਹ ਕਿਸੇ ਨੂੰ ਵੀ ਭਰਮਾ ਸਕਦੇ ਆ
ਸੌੜੀ ਸੋਚ ਲੈ ਕੇ, ਸੌੜੀ ਸੋਚ ਦੇ ਆਸਰੇ ਉਹ ਆਪਣੇ ਆਪ ਨੂੰ ਬਿਹਤਰੀਨ ਬਣਾ ਕੇ ਪੇਸ਼ ਕਰ ਸਕਦੇ ਆ। ਸਾਰੇ ਤਾਂ ਨਹੀਂ ਕਹਿ ਸਕਦੇ, ਪਰ ਬਹੁਤ ਸਾਰੇ ਸਾਈਕੀ ਕਿਸਮ ਦੇ ਇਨਸਾਨ ਇੰਨੇ ਖੋਖਲੇ ਹੋ ਚੁੱਕੇ ਹੁੰਦੇ ਆ ਕਿ ਉਹ ਹਰ ਔਰਤ ਤੇ ਆਪਣਾ ਕੰਟਰੋਲ ਕਰਨਾ ਚਾਹੁੰਦੇ ਆ, ਨੀਵੇਂ ਦਰਜੇ ਦੇ ਹਥਕੰਡੇ ਅਪਣਾਉਣਾ ਚਾਹੁੰਦੇ ਆ। ਇੱਥੇ ਮੈਂ ਇੱਕ ਛੋਟੀ ਜਿਹੀ ਕਬੀਰ ਤੇ ਲੋਈ ਦੀ ਕਹਾਣੀ ਸੁਣਾਉਣਾ ਚਾਹਾਂਗੀ ਕਿ ਇੱਕ ਵਾਰ ਕਬੀਰ ਨੇ ਨਿੰਮ ਦਾ ਪੌਦਾ ਲਿਆਂਦਾ ਤੇ ਲੋਈ ਨੂੰ ਕਿਹਾ ਕਿ ਆਪਣੇ ਘਰ ਦੇ ਵਿਹੜੇ ਵਿੱਚ ਲਗਾ ਦੇ ਤੇ ਇਹਨੂੰ ਰੋਜ਼ ਪਾਣੀ ਦੇ ਤਾਂ ਕਿ ਇਹ ਵੱਡਾ ਹੋ ਜਾਵੇ ਜਲਦੀ। ਉਹ ਰੋਜ਼ ਉਹਨੂੰ ਪਾਣੀ ਦਿੰਦੀ ਤੇ ਇੱਕ ਦਿਨ ਕਬੀਰ ਨੇ ਕਿਹਾ ਕਿ ਪਾਣੀ ਤਾਂ ਆਪਾਂ ਵੀ ਪੀਂਦੇ ਆ, ਇਹਨੂੰ ਗੰਗਾ ਜਲ ਪਾਇਆ ਕਰ। ਉਹਨੇ ਬਿਨਾਂ ਕੋਈ ਸਵਾਲ ਕੀਤੇ ਗੰਗਾ ਜਲ ਪਾਉਣਾ ਸ਼ੁਰੂ ਕਰ ਦਿੱਤਾ। ਹੌਲੀ ਹੌਲੀ ਪੌਦਾ ਵੱਧਦਾ ਗਿਆ ਤੇ ਇੱਕ ਦਿਨ ਕਬੀਰ ਨੇ ਉਹਦੀ ਦਾਤਨ ਤੋੜੀ ਤੇ ਮੂੰਹ ਚ ਪਾਈ ਤੇ ਉਸੇ ਵੇਲੇ ਥੁੱਕ ਦਿੱਤੀ। ਉਹਨੇ ਪੁੱਛਿਆ ਲੋਈ ਨੇ ਕਿ ਇਹ ਕੀ ਕੀਤਾ? ਉਹ ਕਹਿੰਦਾ ਕਿ ਤੂੰ ਗੰਗਾ ਜਲ ਦੇ ਨਾਲ ਇਹਨੂੰ ਸਿੰਜਿਆ, ਪਰ ਇਹ ਤਾਂ ਫਿਰ ਵੀ ਕੌੜੀ ਦੀ ਕੌੜੀ ਆ। ਤੇ ਉਹ ਕਹਿੰਦੇ ਵੀ ਇਨਸਾਨੀ ਫਿਤਰਤ ਜਿਹੜੀ ਆ ਉਹ ਨਹੀਂ ਬਦਲ ਸਕਦੀ, ਉਹ ਉਸੇ ਤਰ੍ਹਾਂ ਦੀ ਉਸੇ ਤਰ੍ਹਾਂ ਹੀ ਰਹਿਣੀ ਆ। ਚਾਹੇ ਉਹਨੂੰ ਆਪਾਂ ਕਿਸੇ ਵੀ ਦੇਸ਼ ਵਿੱਚ ਚਲੇ ਜਾਈਏ, ਉਹਨੂੰ ਬਦਲਣ ਦੇ ਲਈ ਅੰਦਰੋਂ ਆਵਾਜ਼ ਉੱਠਣੀ ਚਾਹੀਦੀ ਆ। ਉਹਨੂੰ ਬਦਲਣ ਦੇ ਲਈ ਕੋਈ ਦੇਸ਼, ਕੋਈ ਥਾਂ, ਕੋਈ ਜਗ੍ਹਾ ਜਾਂ ਕੋਈ ਚੰਗੀਆਂ ਕਹਾਣੀਆਂ ਜਿਹੜੀਆਂ ਉਹ ਅਸਰ ਨਹੀਂ ਕਰ ਸਕਦੀਆਂ ਜਦੋਂ ਤੱਕ ਇਨਸਾਨ ਆਪਣੇ ਆਪ ਨੂੰ ਬਦਲਣ ਲਈ ਆਪ ਜਿਹੜਾ ਆ ਉਹ ਨਹੀਂ ਤਿਆਰ ਹੋਇਆ ਹੁੰਦਾ। ਰੋਜ਼ਾਨਾ ਜ਼ਿੰਦਗੀ 'ਚ ਵੀ ਅਸੀਂ ਇਹ ਦੇਖਦੇ ਹਾਂ ਕਿ ਮਰਦ ਪ੍ਰਧਾਨ ਸਮਾਜ ਨੂੰ ਅਸੀਂ ਕਹਿ ਲੈਂਦੇ ਹਾਂ ਕਿ ਹੁਣ ਔਰਤ ਪ੍ਰਧਾਨ ਹੋ ਗਿਆ, ਬਟ ਇਹ ਖੋਖਲੀਆਂ ਗੱਲਾਂ ਆ। ਅੱਜ ਵੀ ਘਰਾਂ ਦੇ ਵਿੱਚ ਆਪਣੇ ਪਤੀ ਹੁੰਦੇ ਆ, ਬਹੁਤ ਲੋਕ ਲੌਕ ਲਗਾ ਲੈਂਦੇ ਆਪਣੇ ਫੋਨਾਂ ਨੂੰ, ਉਹਨਾਂ ਤੋਂ ਖੁੱਲਣ ਤੋਂ ਡਰਦੇ ਆ। ਉਹ ਚਾਹੁੰਦੇ ਆ ਕਿ ਔਰਤ ਦੀ ਜ਼ਿੰਦਗੀ ਤਾਂ ਖੁੱਲੀ ਕਿਤਾਬ ਹੋਵੇ, ਆਪਣੀ ਜ਼ਿੰਦਗੀ ਦੇ ਕਿਤਾਬ ਦੇ ਹਰ ਪੰਨੇ ਨੂੰ ਲੁਕੋ ਕੇ, ਛੁਪਾ ਕੇ ਸੰਤ ਬਣਨ ਦਾ ਢੋਂਗ ਰਚਾਉਂਦੇ ਆ ਕਿ ਔਰਤ ਖੁੱਲੀ ਕਿਤਾਬ ਬਣ ਜਾਵੇ, ਪਰ ਅਸੀਂ ਨਹੀਂ ਖੁੱਲਣਾ। ਇਹ ਫਿਤਰਤ ਜਿਹੜੀ ਆ ਅਜੇ ਵੀ ਸਮਾਜ ਦੇ ਵਿੱਚ ਉਸੇ ਤਰ੍ਹਾਂ ਕਾਇਮ ਆ। ਕਹਿੰਦੇ ਨੇ ਦੁਨੀਆ 'ਚ ਬਘਿਆੜਾਂ ਤੋਂ ਬਚਣਾ ਹੈ ਤਾਂ ਆਪਣਾ ਤੀਜਾ ਨੇਤਰ ਹਮੇਸ਼ਾ ਖੋਲ ਕੇ ਰੱਖੋ। ਫਾਇਦੇ ਚੁੱਕਣ ਲਈ ਦੁਨੀਆ ਤਿਆਰ ਖੜੀ ਹੈ, ਬਸ ਬਚਾ ਆਪਣੇ ਹੱਥ ਵਿੱਚ ਹੈ। ਬਚ ਕੇ ਚੱਲੋ, ਸੂਝ ਬੂਝ ਨਾਲ ਚੱਲੋ, ਨਹੀਂ ਤਾਂ ਚਬਾ ਕੇ ਖਾਣ ਲਈ ਬਹੁਤ ਲੋਕ ਬੈਠੇ ਨੇ। ਤੇ ਮੈਂ ਇਸ ਕਹਾਣੀ ਦੇ ਉੱਪਰ ਵਿਚਾਰ ਜਾਣਨਾ ਚਾਹਾਂਗੀ ਸੀਮਾ ਭਾਟੀਆ ਜੀ ਦੇ। ਬਿਲਕੁਲ, ਬਹੁਤ ਹੀ ਵਧੀਆ ਜਵਲੰਤ ਮੁੱਦੇ ਤੇ ਕਹਾਣੀ ਹੈ ਜੋ ਅੱਜ ਕੱਲ ਕਰੰਟ ਵਾਪਰ ਰਿਹਾ ਹੈ। ਕਾਫੀ ਕੁਝ ਸਮੇਂ ਤੋਂ ਮੈਂ ਵੀ ਫੇਸਬੁੱਕ WhatsApp ਨਾਲ ਜੁੜੀ ਹਾਂ, ਜਦ ਦੀ ਮੇਰੀ ਬੇਟੀ ਗਈ ਹੈ 3 ਕੁ ਸਾਲ ਤੋਂ, ਔਰ 6 ਕੁ ਮਹੀਨਿਆਂ ਤੋਂ ਫੇਸਬੁੱਕ ਨਾਲ ਜੁੜੀ ਹਾਂ, ਜਿਸ 'ਚ ਕਾਫੀ ਇਸ ਤਰ੍ਹਾਂ ਦੀਆਂ ਪ੍ਰੋਬਲਮ ਜਿਹੜੀਆਂ ਰੋਜ਼ ਜਿਹੜਾ ਪੜ੍ਹਨ ਨੂੰ ਸੁਣਨ ਨੂੰ ਮਿਲਦੀਆਂ। ਤੇ ਕਹਾਣੀ ਉਹਦੇ ਤੇ ਇੱਕ ਮਰਦ ਪ੍ਰਧਾਨ ਸਮਾਜ ਤੇ ਔਰ ਅਜਿਹੇ ਸੋ ਕਾਲਡ ਜਿਹੜੇ ਆਪਣੇ ਆਪ ਨੂੰ ਸੱਭੇ ਪੜ੍ਹੇ ਲਿਖੇ ਉੱਚੇ ਨਾਮਚੀਨ ਜਿਹੜੇ ਸਾਹਿਤਕਾਰ ਕਹਿਲਾਉਂਦੇ ਨੇ। ਤੇ ਮੈਨੂੰ ਲੱਗਦਾ ਹੈ ਕਿ ਪਰ ਉਪਦੇਸ਼ ਕੁਸ਼ਲ ਬਹੁਤੇਰੇ ਵਾਲੀ ਗੱਲ ਹੈ ਕਿ ਏਸੀ 'ਚ ਬੈਠ ਕੇ ਬੰਦ ਕਮਰਿਆਂ 'ਚ ਕਹਾਣੀਆਂ ਲਿਖਣੀਆਂ ਬਹੁਤ ਸੌਖੀਆਂ ਨੇ। ਉਹ ਚਾਹੁੰਦੇ ਹੈ ਕਿ ਜਿਹੜੇ ਕਹਾਣੀਆਂ ਨੇ ਇਹ ਤਾਂ ਸਿਰਫ ਬਸ ਦੂਸਰਿਆਂ ਨੂੰ ਆਪਣਾ ਇੱਕ ਕਰੈਕਟਰ ਸਰਟੀਫਿਕੇਟ ਦੇਣ ਵਾਲੀ ਗੱਲ ਹੈ ਕਿ ਮੈਂ ਇਸ ਤਰ੍ਹਾਂ ਦੀ ਕਹਾਣੀ ਲਿਖਦਾ ਤੇ ਮੈਂ ਬਹੁਤ ਹੀ ਉੱਚ ਚਰਿੱਤਰਵਾਨ ਵਿਅਕਤੀ ਹਾਂ, ਬਹੁਤ ਸਟਰੋਂਗ ਕਰੈਕਟਰ ਦਾ ਵਾਂ। ਲੇਕਿਨ ਜਦੋਂ ਉਹਨਾਂ ਨੂੰ ਮਿਲਦੇ ਆ, ਉਹਨਾਂ ਨਾਲ ਗੱਲਬਾਤ ਹੁੰਦੀ ਹੈ ਤਾਂ ਉਹਨਾਂ ਦਾ ਇੱਕ ਹੋਰ ਹੀ ਜਿਹੜਾ ਪੱਖ ਜਿਹੜਾ ਦੇਖਣ ਨੂੰ ਮਿਲਦਾ ਹੈ। ਤੇ ਲੇਕਿਨ ਮੇਰਾ ਕੁਝ ਨਿੱਜੀ ਤਜਰਬਾ ਵੀ ਇਸ ਤਰ੍ਹਾਂ ਦਾ ਰਿਹਾ ਕਿ ਕੁਝ ਔਰਤਾਂ ਵੀ ਜਿਹੜੀਆਂ ਨੇ ਉਸ 'ਚ ਸ਼ਾਮਿਲ ਹੁੰਦੀਆਂ ਜੋ ਚਕਾਚੌਂਧ ਨੂੰ ਦੇਖਦੇ ਹੋਏ ਕਾਮਯਾਬ ਮਰਦਾਂ ਨੂੰ ਸੀੜੀ ਬਣਾ ਕੇ ਉੱਪਰ ਜਿਹੜਾ ਦੂਰ ਤੱਕ ਜਾਣਾ ਚਾਹੁੰਦੀਆਂ। ਇੱਥੇ ਮੈਂ 50-50 ਰੇਸ਼ੋ ਲਵਾਂਗੀ ਰਜਨੀ ਜੀ, ਸੌਰੀ, ਕਿਉਂਕਿ ਔਰਤਾਂ ਵੀ ਇਹਦੇ ਵਿੱਚ ਘੱਟ ਨਹੀਂ ਹੈ। ਬਿਲਕੁਲ ਜੀ, ਦੋਨੋਂ ਪਾਸੇ ਆਪਾਂ ਕਹਿ ਸਕਦੇ ਨਾ ਕਿ ਸਾਰੇ ਹੀ ਵਰਡ ਦੀ ਬਜਾਏ ਆਪਾਂ ਇਹ ਕਹਿ ਸਕਦੇ ਹਾਂ ਕਿ ਸਾਰੇ ਦੇ ਨਾਲੋਂ ਬਹੁਤ ਸਾਰੇ ਜਿਹੜੇ ਆ ਉਹ ਮਰਦ ਆ ਤੇ ਬਹੁਤ ਸਾਰੀਆਂ ਔਰਤਾਂ ਵੀ ਆ। ਕਣਕ ਨਾਲ ਜਿਹੜਾ ਉਹ ਕਹਿੰਦੇ ਘੁਣ ਵੀ ਕਈ ਵਾਰ ਪਿਸ ਜਾਂਦਾ। ਹਾਂਜੀ, ਔਰ ਮੈਂ ਸੋਚਦੀ ਹਾਂ ਕਿ ਜਿਹੜਾ ਸਾਹਿਤਕਾਰੀ ਜਿਹਦੇ ਨਾਲ ਨਾਮ ਦੇ ਨਾਲ ਲੱਗ ਗਿਆ, ਉਹ ਹਜੇ ਵੀ ਹੱਦਾਂ ਸਰਹੱਦਾਂ, ਮੇਲ ਫੀਮੇਲ ਔਰ ਇੱਕ ਕੀ ਕਹਿੰਦੇ ਆ ਵਿਕਾਰਾਂ ਤੋਂ ਉੱਪਰ ਹੀ ਨਹੀਂ ਉੱਠ ਪਾਇਆ। ਜਿਹੜਾ ਅੱਛਾ ਸਾਹਿਤਕਾਰ ਹੈ ਉਹਦੇ ਲਈ ਤਾਂ ਇਹ ਸਭ ਚੀਜ਼ਾਂ ਜਿਹੜੀਆਂ ਨੇ
ਇਹ ਗੌਣ ਹੋਣੀਆਂ ਚਾਹੀਦੀਆਂ, ਬੇਮਕਸਦ ਬੇਮਾਨੇ ਹੋਣੀਆਂ ਚਾਹੀਦੀਆਂ। ਕਿਉਂ? ਕਿਉਂਕਿ ਉਹ ਇੱਕ ਸਮਾਜ, ਇੱਕ ਅੱਛੇ ਸਮਾਜ ਦੀ ਸਿਰਜਣਾ ਕਰਨਾ ਲੋਚਦਾ ਹੈ, ਇੱਕ ਅੱਛੇ ਸਮਾਜ ਦੀ ਸਿਰਜਣਾ ਕਰਨਾ ਚਾਹੁੰਦਾ ਹੈ, ਜਿਹਦੇ ਵਿੱਚ ਉਹ ਦੂਸਰੀ ਔਰਤ ਨੂੰ ਅਗਰ ਲੋਲੁਪ ਨਜ਼ਰਾਂ ਨਾਲ, ਲੰਪੜ ਨਜ਼ਰਾਂ ਨਾਲ ਦੇਖਦਾ ਹੈ, ਭੋਗੀ ਨਜ਼ਰਾਂ ਨਾਲ ਦੇਖਦਾ ਹੈ, ਤਾਂ ਖੁਦ ਉਹਦੇ ਘਰ ਵੀ ਤਾਂ ਧੀ ਹੈ, ਉਹਦੀ ਨੂੰਹ ਹੈ, ਉਹਦੀ ਪਤਨੀ ਹੈ, ਉਹਨੂੰ ਵੀ ਤਾਂ ਕੋਈ ਦੂਸਰਾ ਦੇਖ ਸਕਦਾ ਨਾ ਉਹਨਾਂ ਨਜ਼ਰਾਂ ਦੇ ਨਾਲ। ਇਹ ਕਿਉਂ ਭੁੱਲ ਜਾਂਦਾ ਹਮੇਸ਼ਾ? ਔਰ ਐਸੇ ਵਿਅਕਤੀ ਨੂੰ ਸਾਹਿਤਕਾਰ ਕਹਿਲਾਉਣ ਦਾ, ਸਾਹਿਤ ਰਚਨ ਦਾ, ਸਮਾਜ ਦੇ ਵਿੱਚ ਜਿਹੜੀਆਂ ਕਾਮਯਾਬ ਹਸਤੀਆਂ ਸਾਹਿਤਕਾਰ ਚ, ਸਾਹਿਤ ਦੀ ਸ਼੍ਰੇਣੀ ਦੇ ਵਿੱਚ, ਉਹਨਾਂ ਨਾਲ ਬੈਠਣ ਉੱਠਣ ਦਾ ਕੋਈ ਹੱਕ ਨਹੀਂ। ਔਰ ਜਿਹੜੇ ਅੱਛੇ ਸਾਹਿਤਕਾਰ ਆ ਉਹਨਾਂ ਨੂੰ ਵੀ ਇਹਦੇ ਵਿੱਚ ਨਾਲ ਉਹਨਾਂ ਦਾ ਸਾਥ ਦੇਣਾ ਚਾਹੀਦਾ, ਤਾਂ ਕਿ ਉਹਨਾਂ ਦਾ ਸਮਾਜ ਦੇ ਵਿੱਚ ਬਾਇਕਾਟ ਕੀਤਾ ਜਾਏ, ਉਹਨਾਂ ਦੀ ਅਸਲੀਅਤ ਜਿਹੜੀ ਹੈ ਸਭ ਦੇ ਸਾਹਮਣੇ ਲਿਆਂਦੀ ਜਾਏ। ਤੇ ਮੈਨੂੰ ਲੱਗਦਾ ਕਿ ਬਹੁਤ ਹੱਦ ਤੱਕ ਇਹਦੇ ਨਾਲ ਅਸੀਂ ਉਹਦੇ ਤੇ ਕਾਬੂ ਪਾ ਸਕਦੇ ਹਾਂ। ਬਾਕੀ ਖੁਦ ਤੇ ਬਹੁਤ ਜ਼ਿਆਦਾ ਡਿਪੈਂਡ ਕਰਦਾ। ਜਿਸ ਤਰ੍ਹਾਂ ਰਾਣੀ ਪਾਤਰ ਬੜੀ ਮਜ਼ਬੂਤ, ਬੜੀ ਪਾਵਰਫੁਲ ਹੋ ਕੇ ਇੱਕ ਔਰਤ ਬਣ ਕੇ ਜਿਹੜੀ ਹੈ ਕਰੈਕਟਰ ਨੇ ਆਪਣਾ ਰੋਲ ਪਲੇ ਕੀਤਾ, ਉਹ ਮੈਰਿਡ ਹੈ, ਆਪਣੀਆਂ ਹੱਦਾਂ ਸਰਹੱਦਾਂ, ਆਪਣੀਆਂ ਲਿਮਿਟੇਸ਼ਨਸ ਉਹ ਸਮਝਦੀ ਹੈ, ਉਹਨੇ ਆਪਣੇ ਹਸਬੈਂਡ ਨਾਲ ਗੱਲ ਕੀਤੀ ਹੈ, ਬਹੁਤ ਵਧੀਆ। ਕਿਉਂਕਿ ਹਸਬੈਂਡ ਵੀ ਤਾਂ ਇੱਕ ਪਹਿਲੇ ਮਰਦ ਹੀ ਹੈ ਨਾ, ਜੇ ਸੋਚਿਆ ਜਾਏ, ਉਹਦੇ ਮਨ ਦੇ ਵਿੱਚ ਵੀ ਉਹਦੇ ਪ੍ਰਤੀ ਜਿਹੜਾ ਗਲਤ ਭਾਵਨਾ ਆ ਸਕਦੀ ਹੈ, ਲੇਕਿਨ ਉਹਨੇ ਆਪਣੀ ਗੱਲ ਤੇ ਵਿਸ਼ਵਾਸ ਰੱਖਿਆ, ਉਹਦੇ ਦੁੱਖ ਨੂੰ ਸਮਝਿਆ ਔਰ ਉਹਦਾ ਹੱਲ ਕੱਢਣ ਦਾ ਲਈ ਉਹਦਾ ਸਾਥ ਦਿੱਤਾ। ਤੇ ਬੜਾ ਹੀ ਅੱਛਾ ਜਿਹੜਾ ਉਹਦਾ ਹੱਲ ਦਿਖਾਇਆ ਗਿਆ। ਔਰ ਇਸ ਤਰ੍ਹਾਂ ਦੀਆਂ ਕਹਾਣੀਆਂ ਜਿਹੜੀਆਂ ਜਿਹਦੇ ਚ ਸਿਰਫ ਸਮੱਸਿਆ ਨਾ ਚਿਤਰੀ ਜਾਏ, ਸਗੋਂ ਨਾਲ ਹੱਲ ਜਿਹੜਾ ਔਰ ਉਹਦਾ ਬਣਦਾ ਹੋਇਆ ਜਿਹੜਾ ਉਹਦਾ ਵਿਦ ਲੌਜਿਕ, ਵਿਦ ਫੈਕਟ ਫਿਗਰ ਜਿਹੜਾ ਉਹਦਾ ਹੱਲ ਨਿਕਾਲਿਆ ਜਾਏ, ਤਾਂ ਮੈਨੂੰ ਲੱਗਦਾ ਸਮਾਜ ਦੇ ਵਿੱਚ ਬਹੁਤ ਕੁਝ ਸੁਧਾਰਿਆ ਜਾ ਸਕਦਾ ਹੈ। ਕਿਉਂਕਿ ਦੇਖੋ, ਸਭ ਨੂੰ ਆਪਾਂ ਚੇਂਜ ਨਹੀਂ ਕਰ ਸਕਦੇ, ਲੇਕਿਨ ਖੁਦ ਨੂੰ ਆਪਾਂ ਚੇਂਜ ਕਰ ਸਕਦੇ। ਔਰ ਕਹਿੰਦੇ ਆ ਕਿ ਜਿਸ ਤਰ੍ਹਾਂ ਕਹਿੰਦੇ ਗਲੀ ਦੇ ਵਿੱਚ ਵੀ ਜੇ ਕੁੱਤੇ ਜਿਹੜੇ ਆ ਭੌਂਕ ਰਹੇ, ਤੇ ਆਪਾਂ ਉਹਨਾਂ ਨੂੰ ਪੱਥਰ ਮਾਰਨ ਦੀ ਬਜਾਏ ਉਹਦੇ ਤੋਂ ਓਲਾ ਕਰਕੇ ਨਿਕਲ ਜਾਂਦੇ ਆ। ਲੇਕਿਨ ਇਹ ਪਹਿਲੇ ਦੀਆਂ ਗੱਲਾਂ ਸੀ। ਹੁਣ ਪੜ੍ਹੇ ਲਿਖੇ ਸਮਾਜ ਦੇ ਵਿੱਚ ਇਹ ਗੱਲਾਂ ਜਿਹੜੀਆਂ ਨੇ, ਉਹ ਮੈਨੂੰ ਲੱਗਦਾ ਕਿ ਹਾਸੀ ਦੇ ਪਾਤਰ ਵੀ ਬਣਦੇ ਆ। ਲੇਕਿਨ ਕੁਝ ਕੁ ਇਸ ਤਰ੍ਹਾਂ ਦੇ ਸਿਰ ਫਿਰੇ ਔਰ ਸਾਈਕੋ ਕੇਸ ਜਿਹੜੇ, ਜਿੱਦਾਂ ਰਜਨੀ ਜੀ ਤੁਸੀਂ ਕਿਹਾ, ਉਹਨਾਂ ਨੂੰ ਕ੍ਰਾਸ ਕਰਨਾ ਔਰ ਬਾਈਪਾਸ ਕਰਕੇ ਲੰਘਣਾ ਹੀ ਹੱਲ ਹੈ। ਔਰ ਉਹਨਾਂ ਨੂੰ ਜਿਹੜਾ ਜਦੋਂ ਕੋਈ ਅੱਗੋਂ ਨਹੀਂ ਕੁਝ ਵੀ ਉਹਨਾਂ ਨੂੰ ਆਪਣਾ ਉਹਨਾਂ ਦਾ ਜਿਹੜਾ ਪਰਪਸ ਜਿਹੜਾ ਸਿੱਧ ਹੁੰਦੇ ਆ ਨਹੀਂ ਲੱਗੇਗਾ, ਉਹ ਆਪਣੇ ਆਪ ਹੀ ਹੋਰ ਕੋਈ ਰਸਤਾ ਲੱਭ ਲੈਣਗੇ। ਲੇਕਿਨ ਜਦੋਂ ਉਹਦਾ ਇੱਕ ਪਰਨਾਲਾ ਬੰਨ ਦਾਂਗੇ, ਇੱਕ ਉਹਦੀ ਹੱਦ ਬੰਨ ਦਾਂਗੇ, ਸਾਰੇ ਸਮਾਜ ਦੇ ਵਿੱਚ ਉਹ ਨੰਗਿਆ ਹੋ ਜਾਏਗਾ। ਜਿਸ ਤਰ੍ਹਾਂ ਅੱਜ ਕੱਲ ਫੇਸਬੁੱਕ ਤੇ ਵੀ ਕਾਫੀ ਜਿਹੜਾ ਹੈ, ਅੱਜ ਕੱਲ ਸੋਸ਼ਲ ਮੀਡੀਆ ਬਹੁਤ ਕੁਝ ਵੀ ਹੁੰਦਾ ਹੈ, ਤੇ ਉਹਨੂੰ ਵਾਇਰਲ ਕਰਨ ਦੇ ਵਿੱਚ ਕਈ ਵਾਰ ਗਲਤ ਚੀਜ਼ਾਂ ਵੀ ਵਾਇਰਲ ਹੋ ਜਾਂਦੀਆਂ। ਤੇ ਇਸ ਤਰ੍ਹਾਂ ਦੀਆਂ ਮੈਨੂੰ ਲੱਗਦਾ ਉਹਦੇ ਵਿੱਚ ਫੇਸਬੁੱਕ ਜਿਹੜੀ ਹੈ ਜਾਂ ਹੋਰ ਵੀ ਸੋਸ਼ਲ ਮੀਡੀਆ ਜਿਹੜਾ ਅੱਛੀ ਭੂਮਿਕਾ ਜਿਹੜਾ ਨਿਭਾਉਂਦਾ ਹੈ, ਤੇ ਉਹਦੇ ਨਾਲ ਜਿਹੜਾ ਇਹ ਕਾਫੀ ਹੱਦ ਤੱਕ ਇਸ ਪ੍ਰੋਬਲਮ ਨੂੰ ਸੋਲਵ ਕੀਤਾ ਜਾ ਸਕਦਾ ਮੇਰੇ ਹਿਸਾਬ ਨਾਲ। ਇਹਨਾਂ ਸ਼ਬਦਾਂ ਨਾਲ ਮੈਂ ਵਿਰਾਮ ਲੈਂਦੀ ਸੀਮਾ ਜੀ, ਮੈਂ ਤੁਹਾਡੇ ਵਿਚਾਰਾਂ ਨਾਲ ਸਹਿਮਤ ਹਾਂ ਕਿ ਜਿਵੇਂ ਤੁਸੀਂ ਕਿਹਾ ਕਿ ਇਹਦੇ ਵਿੱਚ 50-50 ਆ ਦੋਨਾਂ ਦਾ ਰੋਲ। ਤੇ ਮੈਂ ਇੱਕ ਇਹ ਸਮਝਦੀ ਹਾਂ ਭੈਣ ਜੀਓ ਕਿ ਆਪਣੇ ਜਿਵੇਂ ਸਾਹਿਤ ਦੇ ਖੇਤਰ 'ਚ ਪਹਿਲਾਂ ਹੀ ਕੁੜੀਆਂ ਔਰਤਾਂ ਹਨਾ ਖੁੱਲ ਕੇ ਅੱਗੇ ਆਉਣ ਤੋਂ ਬਹੁਤ ਡਰਦੀਆਂ ਨੇ, ਕਿਉਂ ਖੁੱਲ ਕੇ ਲਿਖਦੀਆਂ ਨਹੀਂ। ਕੁਝ ਕੁ ਕੁੜੀਆਂ ਹੈਗੀਆਂ ਜਿਨ੍ਹਾਂ ਦੇ ਨਾਮ ਆਪਾਂ ਉਂਗਲਾਂ ਦੇ ਉੱਪਰ ਲੈ ਸਕਦੇ ਹਾਂ, ਪਰ ਜ਼ਿਆਦਾਤਰ ਕੁੜੀਆਂ ਖੁੱਲ ਕੇ ਹਰ ਇੱਕ ਵਿਸ਼ੇ ਨੂੰ, ਜੋ ਵਿਸ਼ਾ ਔਰਤਾਂ ਦੇ ਵੀ ਬਹੁਤ ਵਿਸ਼ੇ ਨੇ ਹਨਾ, ਹਰ ਵਿਸ਼ੇ ਦੇ ਉੱਪਰ ਆਪਾਂ ਨੂੰ ਆਪਣੇ ਸਾਹਿਤ ਦੇ ਖੇਤਰ 'ਚ ਖੁੱਲ ਕੇ ਲਿਖਣ ਦੀ। ਪਰ ਜਦੋਂ ਉਹ ਇਹੋ ਜਿਹਾ ਲਿਖਣਾ ਜੇ ਸ਼ੁਰੂ ਵੀ ਕਰਦੀਆਂ ਨੇ ਨਾ, ਤਾਂ ਫਿਰ ਉਹਨਾਂ ਨੂੰ ਜਿਸ ਤਰ੍ਹਾਂ ਇਸ ਕਹਾਣੀ ਦੇ ਵਿੱਚ ਰਾਣੀ ਦੇ ਨਾਲ ਜੋ ਕੁਝ ਵਾਪਰਿਆ, ਤਾਂ ਉਹਨਾਂ ਦੇ ਨਾਲ ਵੀ ਫਿਰ ਵਾਪਰਦਾ ਆ ਇਹ ਸਾਰਾ ਕੁਛ। ਇਹ ਤਾਂ ਚਲੋ ਮੈਂ ਆਪਣੀ ਕਹਾਣੀ ਦੇ ਵਿੱਚ ਉਹਦਾ ਰਾਣੀ ਦਾ ਜਿਹੜਾ ਹਸਬੈਂਡ ਆ ਉਹ ਸਪੋਰਟਿਵ ਦਿਖਾਇਆ ਹੈ ਕਿ ਵੀ ਹਾਂ ਉਹ ਸਪੋਰਟ ਕਰਦਾ ਆ, ਤੇ ਰਾਣੀ ਕੇ ਘਰ ਚਲੋ ਕੋਈ ਵੀ ਮੈਂ ਕਲੇਸ਼ ਪੈਂਦਾ ਨਹੀਂ ਦਿਖਾਇਆ ਹਨਾ। ਕਹਾਣੀ ਦੇ ਵਿੱਚ ਕੁਛ ਵੀ ਬਿਲਕੁਲ ਵੀ ਸਾਰਾ ਕੁਛ ਠੀਕ ਰਹਿੰਦਾ ਰਾਣੀ ਦੀ ਖਾਤਰ।
ਪਰ ਕੁਝ ਅਜਿਹੀਆਂ ਵੀ ਜੇਕਰ ਰਿਐਲਿਟੀ ਦੇ ਵਿੱਚ ਵੀ ਦੇਖਿਆ ਜਾਵੇ, ਕੁਝ ਕੁੜੀਆਂ ਨੂੰ ਬਹੁਤ ਹੀ ਜ਼ਿਆਦਾ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਜਾਂਦਾ ਆ ਤੇ ਉਹਨਾਂ ਤੇ ਉਲਟਾ ਉਹਨਾਂ ਤੇ ਦੂਸ਼ਣ ਲੱਗ ਜਾਂਦੇ ਆ ਕਿ ਹਾਂਜੀ ਜੇਕਰ ਤੂੰ ਲਿਖਣਾ ਸ਼ੁਰੂ ਕੀਤਾ ਆ ਤੇ ਤੂੰ ਇਹੋ ਜਿਹੀਆਂ ਪੋਸਟਾਂ ਪਾਉਣੀਆਂ ਤਾਂ ਕਰਕੇ ਤਾਂ ਤੇਰੇ ਮਗਰ ਭੂੰਡ ਲੱਗਦੇ ਆ। ਕਈ ਜ਼ਿਆਦਾਤਰ ਹਮ, ਕੁੜੀਆਂ ਨੂੰ ਇਹ ਸੁਣਨਾ ਮਿਲਦਾ ਆ ਕਿ ਇਹ ਮਰਦਾਂ ਦਾ ਇਹ ਵਿਵਹਾਰ, ਜੇ ਤਾਂ ਅਗਲੀ ਸਾਹਮਣੇ ਤੁਹਾਨੂੰ ਭਾ ਦੇ ਰਹੀ ਹੈ, ਤੁਹਾਡੇ ਨਾਲ ਫਲਰਟ ਕਰ ਰਹੀ ਹੈ ਤਾਂ ਫਲਰਟ ਕਰੋ, ਪਰ ਜੇਕਰ ਅਗਲੀ ਤੁਹਾਨੂੰ ਫਲਰਟ ਤੁਹਾਡੇ ਨਾਲ ਨਹੀਂ ਕਰ ਰਹੀ, ਬਿਲਕੁਲ ਸਾਫ਼ ਸੁਥਰਾ ਵੀਰ ਜੀ ਕਹਿ ਰਹੀ ਹੈ, ਭਰਾ ਕਹਿ ਰਹੀ ਹੈ, ਤਾਂ ਤੁਸੀਂ ਸਮਝੋ ਵੀਰ ਜੀ ਤੇ ਭਰਾ ਜੱਸੀ ਦਾ ਜੀ ਤਾਂ ਵੀ ਕੋਈ ਬਿਲਕੁਲ ਅਰਥ ਆ ਨਾ। ਮੈਂ ਇੱਥੇ ਨਾਲ ਐਡ ਕਰਨਾ ਚਾਹਾਂਗੀ ਗੱਲ। ਜੀ ਇਹ ਕਿਉਂ ਹੁੰਦਾ ਹੈ? ਕਿਉਂਕਿ ਜਦੋਂ ਔਰਤ ਬਿਲਕੁਲ ਹੀ ਨਿਰਪੱਖ ਹੋ ਕੇ ਬੇਬਾਕ ਸਾਹਸ ਨਾਲ ਲਿਖਦੀ ਹੈ ਨਾ, ਉਹ ਮੈਨੂੰ ਲੱਗਦਾ ਸਮਾਜ ਨੂੰ ਕਦੇ ਸਵੀਕਾਰ ਨਹੀਂ ਹੋਇਆ। ਕਿਉਂ? ਕਿਉਂਕਿ ਸਾਡੀ ਕੰਡੀਸ਼ਨਿੰਗ ਜਿਹੜੀ ਬਚਪਨ ਤੋਂ ਸਾਡੇ ਪੇਰੈਂਟਸ ਨੇ, ਸਾਡੀ ਅਪਬ੍ਰਿੰਗਿੰਗ ਜਿਹੜੀ ਹੈ ਉਹ ਇਸੇ ਤਰ੍ਹਾਂ ਨਾਲ ਕੀਤੀ ਹੈ ਕਿ ਔਰਤ ਨੂੰ, ਕੁੜੀਆਂ ਨੂੰ ਬਹੁਤ ਹੀ ਤੂੰ ਇਹ ਨਹੀਂ ਕਰਨਾ, ਇਹ ਮੁੰਡਿਆਂ ਵਾਲੇ ਕੰਮ ਹੈ। ਇਸ ਤਰ੍ਹਾਂ ਦੀ ਕੰਡੀਸ਼ਨ ਜਦੋਂ ਅਲੱਗ-ਅਲੱਗ ਆਪਾਂ ਮੇਲ ਫੀਮੇਲ ਨੂੰ, ਕੁੜੀ ਮੁੰਡੇ ਨੂੰ ਦੋ ਮਤਲਬ ਅਲੱਗ-ਅਲੱਗ ਜਾਣ ਕੇ ਉਹਨਾਂ ਦੀ ਅਪਬ੍ਰਿੰਗਿੰਗ ਕਰਦੇ ਆ ਤੇ ਉਹਨਾਂ ਦੀ ਕੰਡੀਸ਼ਨਿੰਗ ਮਨ ਦੇ ਵਿੱਚ ਜੋ ਬਚਪਨ ਦੇ ਪ੍ਰਭਾਵ ਪਏ ਹੁੰਦੇ ਆ ਨਾ ਗੱਲਾਂ, ਉਹ ਮੈਨੂੰ ਲੱਗਦਾ ਵੱਡੇ ਹੋਣ ਦੇ ਨਾਲ ਨਾ ਸਾਡੇ ਬੁੱਢੇ ਹੋਣ ਤੱਕ ਨਾਲ ਜਾਂਦੀਆਂ ਉਹ ਗੱਲਾਂ। ਔਰ ਇਸ ਤਰ੍ਹਾਂ ਹੀ ਸਾਡੇ ਸਮਾਜ ਦੀ ਤਰੱਕੀਆਂ ਨੂੰ, ਉਸੇ ਸਮਾਜ ਦੀ ਉਹ ਕਿਸੀਆਂ ਪਿੱਟੀਆਂ ਲਕੀਰਾਂ ਇਹ ਬਣ ਚੁੱਕੀਆਂ ਨੇ ਕਿ ਔਰਤ ਜਿਹੜੀ ਹੈ ਉਹ ਘਰ ਦੇ ਕੰਮ ਲਈ ਹੈ, ਉਹ ਕਿਤੇ ਬਾਹਰ ਖੁੱਲ ਕੇ ਵਿਚਰ ਨਹੀਂ ਸਕਦੀ, ਵਿਚਰ ਕੇ ਹੋ ਕੇ ਕਿਸੇ ਨਾਲ ਗੱਲ ਨਹੀਂ ਕਰ ਸਕਦੀ। ਜੇ ਉਹ WhatsApp ਚਲਾਉਂਦੀ ਹੈ, ਜੋ ਅੱਛੇ ਕੱਪੜੇ ਪਾਉਂਦੀ ਹੈ, ਲੈ ਇਹ ਤਾਂ ਵਿਡੋ ਹੈ, ਉਹ ਤਾਂ ਕੱਪੜੇ ਪਾਉਣ ਦਾ ਅਧਿਕਾਰ ਨਹੀਂ ਕੁੜੀਆਂ ਚਿੜੀਆਂ ਵਾਂਗੂ, ਇਹ ਲੈ ਇਹ ਮੋਪੜ ਤੇ ਅਵਾਰਾਗਰਦੀ ਕਰਦੀ ਹੈ। ਮਤਲਬ ਇਸ ਤਰ੍ਹਾਂ ਦੀ ਜਿਹੜੀ ਇਹ ਸਾਡੇ ਸਮਾਜ ਦੀ ਸਾਡੀਆਂ ਗੱਲਾਂ ਨੇ ਚਲਾਈਆਂ ਹੋਈਆਂ, ਸਾਡੇ ਸਿਧਾਂਤ ਬਣਾਏ ਗਏ ਨੇ। ਇੱਕ ਕੁੜੀਆਂ ਬਾਰੇ ਇੱਕ ਮਿੱਥ ਜਿਹੜੀ ਆ ਉਹ ਕਰ ਲਈ ਗਈ ਹੈ ਕਿ ਔਰਤ ਦੀ ਹੱਦ ਇੱਥੋਂ ਤੱਕ ਹੈ, ਮੁੰਡਾ ਜਿੱਥੇ ਮਰਜ਼ੀ ਜਾ ਸਕਦਾ, ਮੁੰਡਾ ਰਾਤੀ ਵੀ ਜਾ ਸਕਦਾ, ਉਹਨੂੰ ਕਿਤੋਂ ਕਾਲ ਆ ਜਾਏ। ਇਹ ਵਜ੍ਹਾ ਹੈ ਕਿ ਜਦੋਂ ਔਰਤ ਬੇਬਾਕ ਹੋ ਕੇ ਵਿਚਰਨਾ ਚਾਹੁੰਦੀ, ਲਿਖਣਾ ਚਾਹੁੰਦੀ ਹੈ, ਤਾਂ ਉਹਦੇ ਤੇ ਕਈ ਆਖੇਪ ਇਸ ਤਰ੍ਹਾਂ ਦੇ ਲੱਗਦੇ ਕਿ ਇਹ ਬੜੀ ਖੁੱਲੀ ਹੋਈ ਹੈ, ਇਹਦੇ ਨਾਲ ਇਹ ਸਾਡੇ ਚੱਕਰ ਦੇ ਵਿੱਚ ਆ ਸਕਦੀ ਹੈ। ਇਹ ਹੀ ਕੁਮਾਨਸਿਕਤਾ ਹੈ, ਇਹ ਸੋੜੀ ਸੋਚ ਹੈ, ਇਹ ਇਹਨਾਂ ਕਿਸੀਆਂ ਪਿੱਟੀਆਂ ਜਿਹੜੀਆਂ ਲਕੀਰਾਂ ਨੇ, ਜਿਹੜੇ ਸਿਧਾਂਤ ਹੈ, ਜਿਹੜੀਆਂ ਰੀਤੀ ਰਿਵਾਜ ਹੈ, ਕਸਟਮਸ ਹੈ, ਇਹਨਾਂ ਨੂੰ ਅੱਜ ਅਸੀਂ ਖੁਦ ਆਪਣੇ ਜਿਹੜੀਆਂ ਕੁੜੀਆਂ ਮੁੰਡਿਆਂ ਦੇ ਇਸ ਅੰਤਰ ਨੂੰ, ਜਿਹੜਾ ਪਹਿਲੇ ਭੇਦ ਨੂੰ ਜਿਹੜਾ ਉਹ ਖਤਮ ਕਰਨਾ ਪਏਗਾ ਆਪਾਂ ਨੂੰ, ਔਰ ਖਤਮ ਕਰਨਾ ਹੀ ਸ਼ੁਰੂ ਕਰਨਾ ਚਾਹੀਦਾ, ਤਦ ਹੀ ਇਹ ਸਮਾਜ ਦੀ ਸੋਚ ਬਦਲੇਗੀ, ਨਜ਼ਰੀਆ ਬਦਲੇਗਾ। ਜੀ ਸੀਮਾ ਜੀ, ਮੈਂ ਜੋ ਮੈਨੂੰ ਦਿਖਦਾ ਆ, ਜੋ ਮੈਨੂੰ ਦਿਖਦਾ ਹੈ ਕਿ ਪਹਿਲਾਂ ਨਾਲੋਂ ਬਹੁਤ ਚੇਂਜਸ ਆਏ ਹੋਏ ਆ। ਜੇਕਰ ਆਪਾਂ 10 ਸਾਲ ਅੱਜ ਤੋਂ 10 ਸਾਲ ਪਿੱਛੇ ਜਾ ਕੇ ਦੇਖੀਏ, ਉਹਦੇ ਨਾਲੋਂ ਤੇ ਹੁਣ ਪ੍ਰੈਜ਼ੈਂਟ ਦੇ ਵਿੱਚ ਬਹੁਤ ਫਰਕ ਆਏ ਹੋਏ ਆ। ਮਤਲਬ ਕਿ ਲੋਕਾਂ ਦੀ ਸੋਚ ਵੀ ਬਦਲੀ ਆ, ਪੇਰੈਂਟਸ ਨੇ ਕੁੜੀਆਂ ਨੂੰ ਖੁੱਲ੍ਹ ਵੀ ਦਿੱਤੀ ਆ, ਪਰੰਤੂ ਹਾਲੇ ਉਸ ਲੈਵਲ ਤੇ ਨਹੀਂ ਆਪਾਂ ਪਹੁੰਚੇ ਜਿੱਥੇ ਤੱਕ ਆਪਾਂ ਨੂੰ ਪਹੁੰਚਣ ਦੀ ਲੋੜ ਆ। ਉਹ ਉਸ ਲੈਵਲ ਤੇ ਜ਼ਿਆਦਾਤਰ ਕਈ ਵਾਰ ਮੈਨੂੰ ਖੁਦ ਨੂੰ ਇਹ ਸੁਣਨ ਨੂੰ ਮਿਲ ਜਾਂਦਾ ਕਿ ਤੂੰ ਬਹੁਤ ਨੈਗੇਟਿਵ ਲਿਖਦੀ ਆ, ਤੂੰ ਨੈਗੇਟਿਵਿਟੀ, ਹਰ ਇੱਕ ਗੱਲ 'ਚ ਨੈਗੇਟਿਵਿਟੀ ਕਿਉਂ ਦੇਖਦੀ ਆ? ਮੈਂ ਕਹਿੰਦੀ ਆ ਕਿ ਮੈਂ ਨੈਗੇਟਿਵਿਟੀ ਨਹੀਂ ਦੇਖਦੀ, ਜੇ ਕਹਾਣੀਕਾਰ ਹੋਣ ਦੇ ਨਾਤੇ ਜਿਹੜੀ ਚੀਜ਼ ਮੇਰੇ ਮਨ ਨੂੰ ਹਿੱਟ ਕਰਦੀ ਆ ਕਿ ਨਹੀਂ ਇਹ ਇਸ ਤਰ੍ਹਾਂ ਨਹੀਂ ਹੋਣੀ ਚਾਹੀਦੀ, ਤਾਂ ਮੈਂ ਉਸ ਪੁਆਇੰਟ ਨੂੰ ਚੱਕ ਕੇ ਉਹਦੇ ਤੇ ਕਹਾਣੀ ਡਿਵੈਲਪ ਕਰਕੇ ਤੁਹਾਨੂੰ ਪੜ੍ਹਾ ਦਿੰਦੀ ਆ ਜਾਂ ਤੁਹਾਨੂੰ ਸੁਣਾ ਦਿੰਦੀ ਆ। ਇਹਦਾ ਮਤਲਬ ਇਹ ਨਹੀਂ ਆ ਕਿ ਮੈਂ ਸਮਾਜ ਦੇ ਵਿੱਚ ਨੈਗੇਟਿਵਿਟੀ ਫੈਲਾਉਣੀ ਆ, ਨੋ। ਮੈਂ ਸਿਰਫ ਉਹ ਪੁਆਇੰਟ ਚੁੱਕਦੀ ਆ ਜਿਸ ਪੁਆਇੰਟ ਦੇ ਉੱਪਰ ਆਪਾਂ ਨੂੰ ਬੇਹੱਦ ਡਿਸਕਸ਼ਨ ਕਰਨ ਦੀ ਲੋੜ ਆ, ਇੰਪਰੂਵਮੈਂਟ ਕਰਨ ਦੀ ਲੋੜ ਆ, ਤੇ ਤਾਂ ਕਿ ਸਾਰਿਆਂ ਦੇ ਮਾਈਂਡ ਚੇਂਜ ਹੋ ਸਕੇ। ਇੱਕਦਮ ਮਾਈਂਡ ਕਿਸੇ ਦਾ ਚੇਂਜ ਨਹੀਂ ਹੁੰਦਾ, ਬੜਾ ਟਾਈਮ ਲੱਗਦਾ ਆ। ਤੇ ਅੱਜ ਮੈਂ ਕੁਝ ਬੋਲਿਆ, ਮੈਨੂੰ ਸੁਣ ਕੇ ਕਿਸੇ ਹੋਰ ਨੂੰ ਸਾਹਸ ਮਿਲੇਗਾ, ਕਿਸੇ ਹੋਰ ਭੈਣ ਨੂੰ, ਕਿਸੇ ਹੋਰ ਲੇਖਕ ਨੂੰ, ਏਦਾਂ ਕਰਦੇ ਕਰਦੇ ਸਾਰੇ ਮੈਸੇਜ ਫੈਲਦਾ ਆ ਤੇ ਇੱਕ ਲਹਿਰ ਚੱਲਦੀ ਆ ਤੇ ਫਿਰ ਕਿਤੇ ਜਾ ਕੇ ਚੇਂਜ ਆਉਂਦਾ ਆ। ਉਹ ਚੇਂਜ ਆਉਂਦੇ ਆਉਂਦੇ ਕਈ ਮਹੀਨੇ ਲੱਗ ਜਾਂਦੇ ਨੇ, ਪਰ ਹਾਂ ਇੱਕ ਦਿਨ ਇਹ ਆਸ ਰੱਖ ਸਕਦੇ ਹਾਂ ਕਿ ਹਾਂ ਉਹ ਚੇਂਜ ਆਉਂਦਾ ਜ਼ਰੂਰ ਆ ਇੱਕ ਦਿਨ। ਜਿਵੇਂ ਅੱਜ ਆਪਾਂ ਜੇ ਇਸ ਪੁਆਇੰਟ ਦੇ ਉੱਪਰ ਗੱਲ ਕੀਤੀ ਹੈ ਕਿ ਸਾਹਿਤ ਨਾਲ ਸੰਬੰਧਿਤ ਕੁੜੀਆਂ ਨੂੰ ਕਿਹੜੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਨਾ, ਤੇ ਕਿਰਪਾ ਕਰਕੇ ਸਿਰਫ ਮੈਂ ਇੱਕ ਬੇਨਤੀ ਹੀ ਕਰਨਾ ਚਾਹਾਂਗੀ ਕਿ ਜੋ ਕੁੜੀਆਂ ਲਿਖਦੀਆਂ ਨੇ, ਜੇਕਰ ਤੁਸੀਂ ਉਹਨਾਂ ਦਾ ਸਾਹਸ ਨਹੀਂ ਵਧਾ ਸਕਦੇ ਤਾਂ ਉਹਨਾਂ ਦੇ ਲਈ ਕਠਿਨਾਈਆਂ ਵੀ ਨਾ ਪੈਦਾ ਕਰਿਆ ਕਰੋ।
ਬਿਲਕੁਲ ਜੀ ਬਿਲਕੁਲ ਮੈਂ ਬਸ ਸਹਿਮਤ ਹਾਂ ਇੰਨਾ ਤੁਹਾਡੇ ਕਹਿਣਾ ਵਿਚਾਰਾਂ ਨਾਲ। ਚਾਹਾਂਗੀ। ਬਿਲਕੁਲ। ਨਜ਼ਰੀਆ ਕਹਿੰਦੇ ਤਾਂ ਹੀ ਬਦਲੂਗਾ ਜੇ ਨਜ਼ਰ ਬਦਲੂਗੀ। ਪਹਿਲਾਂ ਨਜ਼ਰ ਬਦਲਣ ਦੀ ਲੋੜ ਆ। ਕਿੰਨਾ ਟਾਈਮ ਲੱਗਦਾ, ਕਿੰਨੀਆਂ ਸਦੀਆਂ ਲੱਗਦੀਆਂ ਪਤਾ ਨਹੀਂ, ਪਰ ਫਿਰ ਵੀ ਅੱਗੇ ਨਾਲੋਂ ਜਿੱਦਾਂ ਇੰਪਰੂਵ ਹੋ ਰਿਹਾ, ਪਰ ਹਜੇ ਬਹੁਤ ਬਦਲਣ ਦੀ ਜ਼ਰੂਰਤ ਆ। ਰਜਨੀ ਬਿਲਕੁਲ ਇਹਦੇ ਵਿੱਚ ਮਾਵਾਂ ਨੂੰ ਸਾਨੂੰ ਬੀ ਮਦਰ ਜਿਹੜਾ ਆਪਣੇ ਘਰ ਦੇ ਵਿੱਚ ਵੀ ਆਪਣੇ ਬੱਚਿਆਂ ਦੇ ਨਾਲ ਜਿਹੜਾ ਉਹ ਪੱਖਪਾਤ ਨਹੀਂ ਕਰਨਾ ਚਾਹੀਦਾ, ਬਲਕਿ ਹਾਂਜੀ ਇੱਕੋ ਜਿਹੇ ਤਰੀਕੇ ਨਾਲ ਬ੍ਰਿੰਗਿੰਗ ਕਰਨੀ ਚਾਹੀਦੀ ਉਹਨਾਂ ਦੀ। ਇਹ ਨਹੀਂ ਕੁੜੀ ਲਈ ਅਲੱਗ ਹੱਦਾਂ ਸਰਹੱਦਾਂ ਆਪਾਂ ਨਿਯਤ ਕਰੀਏ ਤੇ ਮੁੰਡੇ ਲਈ ਅਲੱਗ, ਮੁੰਡੇ ਲਈ ਕੋਈ ਰਿਸਟ੍ਰਿਕਸ਼ਨਸ ਹੀ ਨਾ ਹੋਣ। ਇਸ ਲਈ ਉਹਨਾਂ ਨੂੰ ਇਸੇ ਸੋਚ ਨਾਲ ਵੱਡੇ ਹੋਣ ਦੇਣਾ ਚਾਹੀਦਾ ਹੈ ਕਿ ਕੁੜੀ ਮੁੰਡੇ 'ਚ ਕੋਈ ਫਰਕ ਨਹੀਂ, ਤੁਸੀਂ ਦੋਨੋਂ ਬਰਾਬਰ ਹੋ, ਦੋਨੋਂ ਜਿਹੜਾ ਅਰਸ਼ ਮਤਲਬ ਫਰਸ਼ ਤੋਂ ਅਰਸ਼ ਤੱਕ ਜਾ ਸਕਦੇ ਹੋ, ਤੁਹਾਡੇ 'ਚ ਪੂਰਾ ਪੋਟੈਂਸ਼ੀਅਲ ਹੈ, ਦੋਨਾਂ 'ਚ ਕੋਈ ਫਰਕ ਨਹੀਂ ਹੈ। ਸਿਰਫ ਇੱਕ ਬਣਤਰ ਦਾ ਫਰਕ ਉਹ ਤਾਂ ਈਸ਼ਵਰ ਵੱਲੋਂ ਹੈ ਨਾ, ਤੇ ਬਾਇਓਲੋਜੀਕਲ ਜੋ ਫਰਕ ਹੈ ਤੇ ਨਾ ਕੋਈ ਸਟਰੈਂਥ ਦਾ ਫਰਕ ਹੈ, ਕਿਉਂਕਿ ਉਹ ਵੀ ਅੱਜਕੱਲ ਔਰਤਾਂ ਨੂੰ ਪ੍ਰੂਵ ਕਰ ਦਿੱਤਾ, ਮਾਊਂਟ ਐਵਰੈਸਟ ਤੱਕ ਜਿਹੜਾ ਉਹ ਔਰਤਾਂ ਚੜ੍ਹ ਗਈਆਂ ਤੇ ਕੋਈ ਇਸ ਗੱਲੋਂ ਪਿੱਛੇ ਨਹੀਂ ਹੈਗੀਆਂ। ਉਹ ਇਹ ਸਿਰਫ ਸੋਚ ਬਦਲਣ ਦਾ, ਬਿਲਕੁਲ ਤੁਹਾਡੀ ਗੱਲ ਨਾਲ ਸਹਿਮਤ ਹਾਂ ਰਜਨੀ, ਕਿ ਸੋਚ ਔਰ ਨਜ਼ਰੀਆ ਬਦਲਣ ਦੀ ਗੱਲ ਹੈ, ਤੇ ਜਿਹੜਾ ਸੀਨ ਹੈ ਉਹ ਤਾਂ ਆਪਣੇ ਆਪ ਹੀ ਚੇਂਜ ਹੋ ਜਾਏਗਾ। ਜੀ ਬਿਲਕੁਲ ਮੈਨੂੰ ਇਹ ਲੱਗਦਾ ਹੈ ਕਿ ਆਪਾਂ ਲੋਕਾਂ ਨੇ ਸਰੀਰ ਦੇ ਉੱਪਰ ਪਹਿਲਾਂ ਵਰਕਆਊਟ ਕੀਤਾ ਆ, ਤੇ ਹੁਣ ਸਰੀਰ ਦਾ ਜਿਹੜਾ ਹੈਗਾ ਆ ਉਹ ਓਵਰ ਹੋ ਗਿਆ, ਤੇ ਹੁਣ ਸੋਚ ਦੇ ਉੱਪਰ ਵਰਕਆਊਟ ਹੋਣਾ ਸ਼ੁਰੂ ਹੋਇਆ ਕਿ ਸਿਰਫ ਬੋਡੀ ਦੇ ਨਾਲ ਹੀ ਨਹੀਂ ਕੰਮ ਚੱਲਣਾ, ਤੇ ਨਾਲ ਦਿਮਾਗ ਦਾ ਮਾਨਸਿਕਤਾ ਦਾ ਵੀ ਬਦਲਣਾ, ਮਾਨਸਿਕਤਾ ਦਾ ਚੰਗਾ ਹੋਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਆ। ਸੋ ਆਪਾਂ ਸਿਰਫ ਇਹ ਆਸ ਕਰ ਸਕਦੇ ਹਾਂ ਕਿ ਹਾਂ ਇੱਕ ਦਿਨ ਜ਼ਰੂਰ ਆਊਗਾ ਜਿਸ ਦਿਨ ਲੋਕਾਂ ਦੀ ਮਾਨਸਿਕਤਾ ਚੰਗੀ ਹੋਏਗੀ। ਜੋ ਚੀਜ਼ਾਂ ਅੱਜ ਮੌਜੂਦਾ ਸਮੇਂ ਦੇ ਵਿੱਚ, ਜੋ ਗੱਲਾਂ ਜਿਨ੍ਹਾਂ ਦੀ ਆਪਾਂ ਲੜਾਈ ਲੜ ਰਹੇ ਹਾਂ ਕਿ ਨਹੀਂ ਇਹ ਗਲਤ ਆ, ਇਹ ਸਹੀ ਆ, ਇੰਜ ਨਹੀਂ ਹੋਣਾ ਚਾਹੀਦਾ, ਜੋ ਔਰਤਾਂ ਤੇ ਨਜਾਇਜ਼ ਪਾਬੰਦੀਆਂ ਲੱਗੀਆਂ ਹੋਈਆਂ ਨੇ, ਹਰਾਸਮੈਂਟ ਵਰਗੀਆਂ ਜਿਹੜੀਆਂ ਚੀਜ਼ਾਂ ਬੌਦਰ ਕਰਦੀਆਂ ਨੇ, ਤਾਂ ਆਪਾਂ ਪਰਮਾਤਮਾ ਤੋਂ ਸਿਰਫ ਅੱਗੇ ਅਰਦਾਸ ਕਰ ਸਕਦੇ ਹਾਂ ਜਾਂ ਆਸ ਕਰ ਸਕਦੇ ਹਾਂ ਕਿ ਹਾਂ ਅੱਜ ਜੇਕਰ ਦੇਖਿਆ ਜਾਵੇ ਆਪਾਂ 2-3 ਅਲੱਗ-ਅਲੱਗ ਪੀੜ੍ਹੀਆਂ ਦੀਆਂ 3 ਔਰਤਾਂ ਇਕੱਠੀਆਂ ਹੋ ਕੇ ਗੱਲਬਾਤ ਕਰ ਰਹੇ ਹਾਂ ਨਾ, ਤੁਹਾਡੇ ਫੀਲਡ ਦੇ ਵਿੱਚ ਤੁਸੀਂ ਪਤਾ ਨਹੀਂ ਕਿੰਨੀਆਂ ਔਰਤਾਂ ਦੇਖੀਆਂ ਹੋਣਗੀਆਂ ਜਿਨ੍ਹਾਂ ਨੂੰ ਇਹ ਸਮੱਸਿਆਵਾਂ ਆਈਆਂ ਹੋਣਗੀਆਂ। ਰਜਨੀ ਜੀ ਦੇ ਫੀਲਡ ਦੇ ਵਿੱਚ ਜਾਂ ਜੋ ਆਲੇ ਦੁਆਲੇ ਕਿੰਨੀਆਂ ਹੋਣਗੀਆਂ ਹਨਾ ਔਰਤਾਂ, ਜੋ ਮੈਂ ਜਿਨ੍ਹਾਂ ਨੂੰ ਮਿਲੀਆਂ ਮੈਂ ਵੀ ਕਿੰਨੀਆਂ ਦੇਖੀਆਂ ਹੋਣਗੀਆਂ। ਸੋ ਜੇ ਅੱਜ ਆਪਾਂ 3 ਜਣੀਆਂ ਇਕੱਠੀਆਂ ਹੋ ਕੇ ਇਸ ਮੰਚ ਤੇ ਗੱਲ ਕਰ ਰਹੇ ਹਾਂ, ਤਾਂ ਆਪਾਂ ਆਪਣੇ ਲਿੰਕ ਦੇ ਵਿੱਚ ਆਈਆਂ ਉਹਨਾਂ ਸਾਰੀਆਂ ਔਰਤਾਂ ਦੀ ਵੀ ਗੱਲ ਕਰ ਰਹੇ ਹਾਂ, ਉਹਨਾਂ ਦੇ ਜੋ ਕਹਿਣਾ ਚਾਹੁੰਦੀਆਂ ਸੀ ਉਹਨਾਂ ਦੀ ਆਵਾਜ਼ ਬਣ ਕੇ ਅੱਜ ਆਪਾਂ ਬੋਲ ਰਹੇ ਹਾਂ। ਸੋ ਸੀਰੀਅਸਲੀ ਇਸ ਤਰ੍ਹਾਂ ਆਪਾਂ ਕੋਸ਼ਿਸ਼ਾਂ ਕਰਦੇ ਰਹਾਂਗੇ, ਇੱਕ ਨਾ ਇੱਕ ਦਿਨ ਆਪਾਂ ਨੂੰ ਸਫਲਤਾ ਜ਼ਰੂਰ ਹਾਸਲ ਹੋਏਗੀ। ਸੋ ਭੈਣ ਜੀ ਉਹ ਆਪਣਾ ਪ੍ਰੋਗਰਾਮ ਕਾਫੀ ਲੰਬਾ ਜਾ ਰਿਹਾ ਆ, ਸੋ ਪ੍ਰੋਗਰਾਮ ਦਾ ਅੰਤ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਕੁਝ ਵੀ ਕਹਿਣਾ ਚਾਹੁੰਦੇ ਹੋ ਤਾਂ ਤੁਸੀਂ ਕਹਿ ਸਕਦੇ ਹੋ ਜੀ। ਬਿਲਕੁਲ ਕਹਿਣਾ ਚਾਹੁੰਦੇ ਹਾਂ, ਸਭ ਤੋਂ ਪਹਿਲਾਂ ਤਾਂ ਜਿਸ ਤਰ੍ਹਾਂ ਕਿ ਮੈਂ ਕਹਾਣੀ 'ਚ ਵੀ ਜ਼ਿਕਰ ਕੀਤਾ ਹੈ ਕਿ ਪੇਰੈਂਟਸ ਜਿਹੜੇ ਹੈ, ਕੁੜੀ ਜਦੋਂ ਹੁੰਦੀ ਹੈ ਉਹਦਾ ਦਾਜ ਜੋੜਨਾ ਉਸੇ ਵੇਲੇ ਸ਼ੁਰੂ ਕਰ ਦਿੰਦੇ ਆ, ਠੀਕ ਹੈ। ਉਹਨਾਂ ਦੀ ਸੋਚ ਹੁੰਦੀ ਹੈ ਬੇਗਾਨਾ ਧਨ ਹੈ, ਪਹਿਲੇ ਤਾਂ ਬੇਗਾਨਾ ਧਨ ਕਹਿਣਾ ਔਰ ਇਹਨੂੰ ਬੋਝ ਸਮਝਣਾ ਛੱਡੀਏ, ਔਰ ਉਹਨਾਂ ਦੀ ਪੜ੍ਹਾਈ ਲਿਖਾਈ ਤੇ ਵਰਕ ਕਰੀਏ, ਔਰ ਉਹਨਾਂ ਕੁੜੀ ਮੁੰਡੇ 'ਚ ਕੋਈ ਫਰਕ ਨਾ ਕਰਦੇ ਆ, ਦੋਨਾਂ ਨੂੰ ਇੱਕੋ ਜਿਹੇ ਵਧਨ ਫੁੱਲਣ ਸੁਪਨੇ ਦੇਖਣ ਦਾ ਹੱਕ ਦਈਏ। ਪਹਿਲੇ ਉਹਨਾਂ ਨੂੰ, ਪਹਿਲੇ ਤਾਂ ਆਪਣੇ ਘਰੋਂ ਹੀ ਸ਼ੁਰੂਆਤ ਹੋਣੀ ਚਾਹੀਦੀ ਹੈ ਨਾ। ਜੇ ਪੇਰੈਂਟਸ ਜਿਹੜੇ ਉਹਨੂੰ ਬੋਝ ਸਮਝਦੇ ਆ, ਜਿਨ੍ਹਾਂ ਦੇ ਅੱਗੋਂ ਉਹਨਾਂ ਦੇ ਲੜ ਲਾਉਂਦੇ ਆ, ਉਹਨਾਂ ਤੋਂ ਬੋਝ ਨੇ, ਪਰਾਈਆਂ ਨੇ, ਠੀਕ ਹੈ। ਇਸ ਲਈ ਇਹ ਸੋਚ ਜਿਹੜੀ ਹੈ ਸਾਨੂੰ ਬੀਇੰਗ ਏ ਪੇਰੈਂਟਸ ਦਿਮਾਗ ਦੇ ਵਿੱਚੋਂ ਪਹਿਲੇ ਕੱਢਣੀ ਪਏਗੀ, ਔਰ ਫਿਰ ਸਮਾਜ ਜਿਹੜਾ ਹੌਲੀ ਹੌਲੀ ਸ਼ੁਰੂਆਤ ਖੁਦ ਤੋਂ ਹੀ ਕਰਨੀ ਪਏਗੀ ਸਾਨੂੰ। ਬਸ ਮੈਂ ਇਹੀ ਕਹਿਣਾ ਚਾਹਾਂਗੀ ਕਿ ਕੁੜੀਆਂ ਨੂੰ ਪੜ੍ਹਾਓ ਔਰ ਉਹਨਾਂ ਨੂੰ ਪੈਰਾਂ ਤੇ ਖੜੇ ਹੋਣ ਦਿਓ। ਫਿਰ ਉਸ ਤੋਂ ਬਾਅਦ ਅਗਰ ਉਹ ਆਪਣਾ ਜੀਵਨ ਸਾਥੀ ਦੀ ਚੋਣ ਵੀ ਕਰਦੇ ਆ, ਕਾਬਿਲ ਜੀਵਨ ਸਾਥੀ ਦੀ, ਤੇ ਉਹਨਾਂ ਦਾ ਸਹਿਯੋਗ ਵੀ ਦਿਓ। ਇਹ ਨਹੀਂ ਕਿ ਜੋ ਰੂਲਸ ਬਣ ਚੁੱਕੇ ਆ ਸਦੀਆਂ ਤੋਂ, ਉਹਨਾਂ ਰੂਲਸ ਨੂੰ ਹੀ ਤੁਸੀਂ ਫੋਲੋ ਕਰੋ, ਉਹਨਾਂ ਨੂੰ ਫਲੈਕਸੀਬਲ ਵੀ ਕਰੋ, ਟਾਈਮ ਟੂ ਟਾਈਮ, ਸਮੇਂ ਦੇ ਨਾਲ ਖੁਦ ਨੂੰ ਵੀ ਚੇਂਜ ਕਰੋ। ਇਸੇ ਲਈ ਸਮਾਜ ਦੇ ਵਿੱਚ ਚੇਂਜਸ ਆਉਣਗੀਆਂ, ਪਹਿਲੇ ਖੁਦ ਤੋਂ ਹੀ ਸ਼ੁਰੂਆਤ ਕਰਨੀ ਪਏਗੀ। ਬਸ ਮੈਂ ਇਹੀ ਕਹਿਣਾ ਚਾਹੁੰਦਾ। ਬਹੁਤ ਸੋਹਣੀ ਗੱਲ ਕਹੀ ਹੈ ਜੀ ਤੁਸੀਂ। ਬਿਲਕੁਲ ਆਪਣਾ ਆਲਾ ਦੁਆਲਾ ਫੇਰ ਹੀ ਬਦਲਦਾ ਜੇਕਰ ਆਪਾਂ ਖੁਦ ਪਹਿਲ ਆਪਾਂ ਨੂੰ ਖੁਦ ਕਰਨੀ ਪਏਗੀ, ਫੇਰ ਆਪਣਾ ਆਲਾ ਦੁਆਲਾ ਬਦਲੇਗਾ ਜੀ। ਰਜਨੀ ਭੈਣ ਜੀ ਤੁਸੀਂ ਕੁਝ ਕਹਿਣਾ ਚਾਹੋਗੇ? ਹਾਂਜੀ, ਮੈਂ 2 ਲਾਈਨਾਂ 4 ਇਸੇ ਪ੍ਰੋਗਰਾਮ ਦੇ ਉੱਤੇ ਕਿ ਕਦੇ ਕਦੇ ਹੀ ਮਿਲਦੇ ਜਿੰਦੇ
ਚੰਗੇ ਬੰਦੇ ਤੇ ਪਵਿੱਤਰ ਮਨ। ਕਦੇ ਕਦੇ ਹੀ ਮਿਲਦੇ ਜਿੰਦੇ ਚੰਗੇ ਬੰਦੇ ਤੇ ਪਵਿੱਤਰ ਮਨ। ਅਕਸਰ ਦੋਵੇਂ ਹੀ ਹੋਵਨ ਅਨਮੁੱਲੇ ਅਤੇ ਕੀਮਤੀ ਧਨ। ਕਦੇ ਕਦੇ ਹੀ ਮਿਲਦੇ ਜਿੰਦੇ ਚੰਗੇ ਬੰਦੇ ਤੇ ਪਵਿੱਤਰ ਮਨ। ਸਿੱਖਣ ਨੂੰ ਕੁਝ ਮਿਲ ਜਾਵੇ ਤਾਂ ਰਜਨੀਏ ਕੁਝ ਸਿੱਖ ਲਈਏ। ਕੁਝ ਪਾਵਨ ਦੀ ਖਾਤਰ ਜੇ ਕੁਝ ਦੇਣਾ ਪਵੇ ਤੇ ਦਈਏ। ਪਰ ਸੋਚੀਏ ਸਮਝੀਏ ਦੁਨੀਆ ਉੱਤੇ ਦੁਨੀਆ ਉੱਤੇ ਲੱਕੜੀ ਵੰਨ ਸਵੰਨ। ਕਦੇ ਕਦੇ ਹੀ ਮਿਲਦੇ ਜਿੰਦੇ ਚੰਗੇ ਬੰਦੇ ਤੇ ਪਵਿੱਤਰ ਮਨ। ਅੱਜ ਅਸੀਂ ਆਪਣੇ ਮੁੱਖ ਮਹਿਮਾਨ ਸੀਮਾ ਭਾਟੀਆ ਜੀ ਨਾਲ ਮਿਲੇ, ਬਹੁਤ ਕੁਝ ਸਿੱਖਣ ਨੂੰ ਮਿਲਿਆ, ਬਹੁਤ ਸਮਾਜ ਨੂੰ ਸੇਧ ਦੇਣ ਵਾਲੀਆਂ ਗੱਲਾਂ ਮਿਲੀਆਂ ਤੇ ਜੱਸੀ ਜੀ ਨੇ ਬਹੁਤ ਸੋਹਣੇ ਤਰੀਕੇ ਦੇ ਨਾਲ ਸਾਨੂੰ ਬਹੁਤ ਕੁਝ ਸਮਝਾਇਆ ਕਿ ਜੇ ਅਸੀਂ ਇੱਕ ਇੱਕ ਇਨਸਾਨ ਆਪਣੀ ਸੋਚ ਨੂੰ ਹੀ ਬਦਲ ਲਈਏ ਤੇ ਅੱਜ ਕੱਲ ਦੇ ਟਾਈਮ ਤੇ ਤਾਂ ਲੱਗਦਾ ਕਿ ਪ੍ਰਮਾਤਮਾ ਨੇ ਕੁੜੀਆਂ ਨੂੰ ਵਾਕਈ ਪਹਿਲਾਂ ਹੀ ਇੰਨਾ ਭਾਵੁਕ ਬਣਾਇਆ ਕਿ ਜੇ ਅਸੀਂ ਉਹਨਾਂ ਦੇ ਕੰਮਾਂ ਨੂੰ ਦੇਖੀਏ, ਉਹਨਾਂ ਦੀ ਅਟੈਚਮੈਂਟ ਨੂੰ ਦੇਖੀਏ, ਉਹ ਸਾਡੇ ਕੋਲੋਂ ਜ਼ਿਆਦਾ ਪਿਆਰ ਲੈਂਦੀਆਂ ਆ। ਤੇ ਜੇਕਰ ਅਸੀਂ ਉਹਨਾਂ ਨੂੰ ਹਰ ਜਗ੍ਹਾ ਤੇ ਸਪੋਰਟ ਦੇਈਏ, ਆਪਣੀ ਮਾਨਸਿਕਤਾ ਨੂੰ ਥੋੜਾ ਖੁੱਲਾ ਰੱਖੀਏ ਤੇ ਆਪਣੇ ਆਪ ਹੀ ਥੋੜਾ ਥੋੜਾ ਸੁਧਾਰ ਜਿਹੜਾ ਆ ਅਸੀਂ ਆਪਣੇ ਪੱਧਰ ਤੇ ਹੀ ਕਰ ਸਕਦੇ ਹਾਂ। ਜੀ ਬਿਲਕੁਲ ਜੀ। ਜੀ ਰਜਨੀ ਭੈਣ ਅਤੇ ਸੀਮਾ ਭਾਟੀਆ ਜੀ, ਤੁਹਾਡਾ ਤਹਿ ਦਿਲੋਂ ਧੰਨਵਾਦ ਕਿ ਤੁਸੀਂ ਅੱਜ ਆਪਣੇ ਕੀਮਤੀ ਸਮੇਂ 'ਚ ਸਮਾਂ ਕੱਢ ਕੇ ਸਾਡੇ ਨਾਲ ਜੁੜੇ ਅਤੇ ਆਪਣੇ ਇੰਨੇ ਸੋਹਣੇ ਕੀਮਤੀ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਅਤੇ ਆਪਣੀ ਇੰਨੀਆਂ ਸੋਹਣੀ ਰਚਨਾ ਸਾਨੂੰ ਸੁਣਾਈ। ਪਾਠਕੋ, ਤੁਹਾਡਾ ਵੀ ਤਹਿ ਦਿਲੋਂ ਧੰਨਵਾਦ ਕਿ ਤੁਸੀਂ ਜਿੰਨੇ ਵੀ ਸਾਡੇ ਨਾਲ ਜੁੜੇ, ਤੁਹਾਡਾ ਵੀ ਤਹਿ ਦਿਲੋਂ ਸ਼ੁਕਰਾਨਾ। ਇਹ ਸੀ ਆਪਣਾ ਅੱਜ ਦਾ ਪ੍ਰੋਗਰਾਮ ਕਹਾਣੀ ਪਾਠ ਤੇ ਮੇਰੀ ਸਭ ਨੂੰ ਬੇਨਤੀ ਹੈ ਕਿ ਸਾਨੂੰ ਤੁਹਾਡੀ ਸਪੋਰਟ ਦੀ ਬੇਹੱਦ ਲੋੜ ਹੈ। ਕਿਰਪਾ ਕਰਕੇ ਲਾਈਕ, ਕਮੈਂਟ, ਸ਼ੇਅਰ ਕਰਕੇ ਸਾਨੂੰ ਜ਼ਰੂਰ ਸਪੋਰਟ ਕਰਿਆ ਕਰੋ। ਇਹਦੇ ਨਾਲ ਸਾਨੂੰ ਹੱਲਾਸ਼ੇਰੀ ਮਿਲਦੀ ਹੈ ਤੇ ਅੱਗੇ ਤੋਂ ਹੋਰ ਵੀ ਵਧੀਆ ਤੋਂ ਵਧੀਆ ਪ੍ਰੋਗਰਾਮ ਕਰਨ ਦੀ। ਸਾਡੇ ਤੋਂ ਕੋਈ ਗਲਤੀ ਹੋ ਗਈ ਹੋਵੇ ਤਾਂ ਮਾਫ ਕਰਿਓ ਅਤੇ ਸਾਨੂੰ ਜੇਕਰ ਤੁਹਾਨੂੰ ਲੱਗਦਾ ਹੈ ਕਿ ਸਾਨੂੰ ਕੋਈ ਇੰਪਰੂਵਮੈਂਟ ਕਰਨਾ ਚਾਹੀਦਾ, ਤੁਹਾਡਾ ਕੋਈ ਸੁਝਾਅ ਹੋਵੇ ਤਾਂ ਤੁਸੀਂ ਕਮੈਂਟ ਕਰ ਸਕਦੇ ਹੋ, ਸਾਨੂੰ ਸੰਦੇਸ਼ ਭੇਜ ਸਕਦੇ ਹੋ। ਅਗਲੇ ਐਤਵਾਰ ਫਿਰ ਮਿਲਾਂਗੇ ਕਿਸੇ ਨਵੀਂ ਕਹਾਣੀ ਦੇ ਨਾਲ। ਤਦ ਤੱਕ ਦੇ ਲਈ ਰੱਬ ਰਾਖਾ ਜੀ। ਸ਼ੁਕਰੀਆ ਜੀ।